ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪੇ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਆਸਾ ਰਾਗ ਦੇ ਵਿੱਚ ਮਹੱਲੇ ਤੀਜੇ ਦੀ ਬਾਣੀ। ਕੱਲ੍ਹ ਆਪਾਂ ਵਿਚਾਰ ਰਹੇ ਸੀ ਕਿ ਮੂਲ ਲਾਗੇ ਸੇ ਜਨ ਪ੍ਰਵਾਨ। ਜਿਹੜੇ ਆਪਣੇ ਮੂਲ ਨਾਲ ਜੁੜ ਜਾਂਦੇ ਨੇ, ਮੂਲ ਹੈ ਸਾਡਾ ਸੱਚ ਪ੍ਰਕਾਸ਼, ਉਹ ਜਨ ਪ੍ਰਵਾਨ ਹੋ ਜਾਂਦੇ ਨੇ। ਅਨਦਿਨ ਰਾਮ ਨਾਮ ਜਪ ਹਿਰਦਾ ਗੁਰ ਸ਼ਬਦੀ ਹਰ ਏਕੋ ਜਾਣ। ਗੁਰ ਦੇ ਗਿਆਨ ਦੁਆਰਾ ਇੱਕ ਨੂੰ ਜਾਣ ਲੈਂਦੇ ਨੇ ਤੇ ਦਿਨ ਹਰ ਰੋਜ਼ ਫਿਰ ਹਿਰਦੇ ਦੇ ਵਿੱਚ ਉਸ ਰਾਮ ਨਾਮ ਨੂੰ ਜਪਦੇ ਨੇ, ਹਿਰਦੇ ਦੇ ਵਿੱਚ ਵਸ ਜਾਂਦਾ ਹੈ। ਗੁਰ ਕੀ ਬਾਣੀ ਨਾਮ ਬਜਾਏ। ਨਾਮ ਹੈ ਜੋ ਗੁਰ ਦਾ ਗਿਆਨ ਹੈ, ਉਹ ਫਿਰ ਜੀਵ ਦਿੰਦੇ ਨੇ ਜਿਨ੍ਹਾਂ ਦੇ ਹਿਰਦੇ 'ਚ ਵਸ ਜਾਂਦਾ ਹੈ। ਨਾਨਕ ਮਹਿਲ ਸ਼ਬਦ ਕਰ ਪਾਏ। ਉਹਨਾਂ ਦੇ ਦਿੱਤੇ ਗਿਆਨ ਦੁਆਰਾ ਸਾਨੂੰ ਫਿਰ ਉਹ ਘਰ ਦੀ ਸੋਝੀ ਆਉਂਦੀ ਹੈ ਜਿਹੜਾ ਸਾਡਾ ਨਿਜ ਮਹਿਲ ਹੈ। ਗੁਰਮਤਿ ਸਤਿ ਸਰ ਹਰ ਜਲ ਨਾਇਆ। ਗੁਰ ਦੀ ਮੱਤ ਲੈ ਕੇ ਸੱਚੇ ਸਰੋਵਰ ਦੇ ਵਿੱਚ ਜਿੱਥੇ ਹਰੀ ਰੂਪੀ ਜਲ ਹੈ, ਉਸ ਦੇ ਵਿੱਚ ਮਨ ਜਦੋਂ ਮਨ ਨੇ ਇਸ਼ਨਾਨ ਕੀਤਾ, ਦੁਰਮਤ ਮੈਲ ਸਭ ਦੁਰਤ ਗਵਾਇਆ। ਬਈ ਫਿਰ ਜਿਹੜੀ ਦੁਰਮਤ ਸੀ, ਮੈਲ ਸੀ ਮਨ ਨੂੰ, ਦੂਜੇ ਗਿਆਨ ਸੀ, ਦੂਜੀ ਮੈਲ ਲੱਗੀ ਸੀ ਹਉਮੈ ਦੀ, ਉਹ ਸਭ ਖਤਮ ਹੋ ਗਈ। ਇੱਥੇ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਆਓ ਅਗਲਾ ਸ਼ਬਦ ਆਸਾ ਰਾਗ ਦੇ ਵਿੱਚ ਮਹੱਲੇ ਤੀਜੇ ਦਾ ਰਹੋ ਪੰਕਤੀਆਂ ਨੇ। ਮਰ ਮੁਇਆ ਸ਼ਬਦੇ ਮਰ ਜਾਏ। ਮਨ ਹੈ ਮਰ ਜਾਂਦਾ ਹੈ। ਕਿਵੇਂ? ਗੁਰ ਦੇ ਗਿਆਨ ਦੁਆਰਾ। ਪਰ ਜਿਹੜੇ ਜੀਵਾਂ ਨੇ ਆਪਣੇ ਮਨ ਨੂੰ ਮਾਰਿਆ ਹੈ, ਉਹ ਜੁਗਤੀ ਦੱਸਦੇ ਨੇ, ਵਿਧੀ ਦੱਸਦੇ ਨੇ, ਤਰੀਕਾ ਦੱਸਦੇ ਨੇ ਮਨ ਨੂੰ ਮਾਰਨ ਦਾ। ਗੁਰ ਦਾ ਗਿਆਨ ਦਿੰਦੇ ਨੇ। ਉਸਤਤ ਨਿੰਦਾ ਗੁਰ ਸਮ ਜਨਾਈ। ਗੁਰ ਸਾਨੂੰ ਉਸਤਤ ਤੇ ਨਿੰਦਾ, ਜੇ ਕੋਈ ਸਾਡੀ ਉਸਤਤ ਕਰਦਾ ਹੈ ਜਾਂ ਸਾਡੀ ਕੋਈ ਨਿੰਦਾ ਕਰਦਾ ਹੈ, ਸਾਨੂੰ ਕੋਈ ਫਰਕ ਨਹੀਂ ਹੋਣਾ ਚਾਹੀਦਾ, ਕਿਉਂਕਿ ਸਮ ਲੈ ਕੇ ਚੱਲਣਾ ਹੈ। ਚਾਹੇ ਕੋਈ ਮਾਣ ਦਿੰਦਾ, ਚਾਹੇ ਕੋਈ ਅਪਮਾਨ ਕਰਦਾ ਹੈ, ਇਹ ਸਮ ਕਰਕੇ ਜਦੋਂ ਚੱਲਦੇ ਹਾਂ, ਇਹ ਗੁਰ ਦੇ ਗਿਆਨ ਤੋਂ ਬਾਅਦ ਹੀ ਸਾਡੇ ਮਨ ਦੀ ਅਵਸਥਾ ਹੋ ਸਕਦੀ ਹੈ, ਕਿਉਂਕਿ ਗੁਰ ਹੀ ਸਾਨੂੰ ਇਹ ਸਮਝਾਉਣ ਦਾ ਗਿਆਨ ਦਿੰਦਾ ਹੈ। ਇਸ ਯੁੱਗ ਮੈਂ ਲਾਹਾ ਹਰ ਜਪ ਲੈ ਜਾਏ। ਜਿਹੜੇ ਫਿਰ ਇਸ ਤਰੀਕੇ ਨਾਲ ਚੱਲਦੇ ਨੇ, ਫਿਰ ਇਸ ਯੁੱਗ ਦੇ ਵਿੱਚ ਲਾਹਾ ਖੱਟ ਕੇ ਜਾਂਦੇ ਨੇ। ਹਰੀ ਨੂੰ ਜਪ ਕੇ ਆਪਣੇ ਜੀਵਨ ਦਾ ਲਾਹਾ ਖੱਟਦੇ ਨੇ। ਜਿਹੜੇ ਜੀਵਤ ਮਰਦੇ ਨੇ ਗੁਰ ਦੇ ਗਿਆਨ ਦੁਆਰਾ, ਕਿਉਂਕਿ ਜਿਵੇਂ ਮਰੇ ਹੋਏ ਜੀਵ ਨੂੰ ਕੋਈ ਉਸਤਤ ਕਰੇ, ਉਸਦੀ ਕੋਈ ਨਿੰਦਾ ਕਰੇ, ਉਸ ਨੂੰ ਕੋਈ ਫਰਕ ਨਹੀਂ। ਇਵੇਂ ਹੀ ਜਿਹੜੇ ਜੀਵਤ ਮਰਦੇ ਨੇ, ਉਸਤਤ ਨਿੰਦਾ ਸਮ ਕਰਕੇ ਚੱਲਦੇ ਨੇ। ਫਿਰ ਹੀ ਸਾਨੂੰ ਲਾਹਾ ਮਿਲਦਾ ਹੈ, ਫਿਰ ਹੀ ਸਾਨੂੰ ਸੋਝੀ ਮਿਲਦੀ ਹੈ, ਫਿਰ ਮਾਲਕ ਖਜ਼ਾਨਾ ਬਖਸ਼ਿਸ਼ ਕਰਦਾ ਹੈ, ਫਿਰ ਅਸੀਂ ਲਾਹਾ ਖੱਟ ਕੇ ਜਾਂਦੇ ਹਾਂ। ਔਰ ਸ਼ਬਦ ਸ਼ੁਰੂ ਕਰਦੇ ਹਾਂ। ਮਨਮੁਖ ਮਰੈ ਹੈ ਮਰਨ ਵਿਗਾੜੇ। ਮਰਦਾ ਮਨਮੁਖ ਵੀ ਹੈ, ਮਨਮੁਖ ਤਨ ਕਰਕੇ ਮਰਦਾ ਹੈ, ਗੁਰਮੁਖ ਮਨ ਕਰਕੇ ਮਰਦਾ ਹੈ। ਗੁਰ ਦੇ ਸ਼ਬਦ ਦੁਆਰਾ ਉਸ ਮਰਨ ਨੂੰ ਜੀਵਤ ਮਰਨਾ ਕਹਿੰਦੇ ਨੇ,
ਇਸ ਮਰਨ ਨੂੰ ਤਨ ਦਾ ਮਰਨਾ ਕਹਿੰਦੇ ਨੇ। ਇਸ ਕਰਕੇ ਸਮਝਾਉਂਦੇ ਨੇ ਮਨਮੁਖ ਮਰੈ ਮਰਨ ਵਿਗਾੜੇ। ਉਸ ਦਾ ਵਿਗੜਦਾ ਹੈ ਕਿਉਂਕਿ ਇਸ ਜਨਮ ਤੋਂ ਅੱਗੇ ਉਸ ਨੂੰ ਫਿਰ 84 ਲੱਖ ਜੂਨ ਭੋਗਣੀ ਪੈਂਦੀ ਹੈ। ਦੂਜੇ ਪਾਏ ਆਤਮ ਸੰਘਾਰੇ, ਕਿਉਂਕਿ ਉਹ ਦੂਜੇ ਨਾਲ ਜੁੜਿਆ ਹੈ। ਮਨ ਉਹ ਤਨ ਨਾਲ ਜੁੜਿਆ ਹੈ, ਤਨ ਦੂਜਾ ਹੈ, ਤੇ ਇਸ ਕਰਕੇ ਫਿਰ ਉਹ ਆਪਣੇ ਜੀਵਨ ਨੂੰ ਤਬਾਹ ਕਰ ਲੈਂਦਾ ਹੈ। ਮੇਰਾ ਮੇਰਾ ਕਰ ਵਿਗੂਤਾ, ਤੇ ਮੇਰਾ ਮੇਰਾ ਕਰਕੇ ਹੀ ਇਸ ਸੰਸਾਰ ਦੇ ਵਿੱਚ ਖੁਆਰ ਹੁੰਦਾ ਹੈ, ਆਪਣਾ ਅਸਲੀ ਕਾਰਜ ਵਿਗਾੜ ਲੈਂਦਾ ਹੈ। ਆਤਮ ਨਾ ਚੀਨਾ, ਭਰਮੇ ਵਿੱਚ ਸੁੱਤਾ। ਭਰਮ ਦੇ ਵਿੱਚ ਸੁੱਤਾ ਹੈ ਜੀਵ, ਜਿਹੜਾ ਕਹਿੰਦਾ ਹੈ ਮੇਰਾ ਚੀਜ਼ ਹੈ, ਮੇਰੇ ਇਹ ਹੈ, ਮੇਰਾ ਤਨ ਹੈ, ਮੇਰੀ ਜਾਇਦਾਦ ਹੈ, ਮੇਰਾ ਘਰ ਹੈ। ਇਹ ਹਉਮੈ ਦੇ ਵਿੱਚ ਸੁੱਤਾ ਹੈ, ਭਰਮ ਹੈ ਉਸ ਨੂੰ, ਪਰ ਆਤਮ ਦਾ ਗਿਆਨ ਨਹੀਂ ਲੈਂਦਾ, ਆਤਮ ਨੂੰ ਪ੍ਰਾਪਤ ਨਹੀਂ ਕਰਦਾ। ਮਨ ਨੇ ਗੁਰ ਦੇ ਸ਼ਬਦ ਦੁਆਰਾ ਮਰ ਕੇ ਆਤਮ ਰੂਪ ਹੋਣਾ ਸੀ। ਮਨਮੁਖ ਇਹ ਗਿਆਨ ਨਹੀਂ ਲੈਂਦਾ, ਇਹ ਗੁਰਮੁਖ ਗਿਆਨ ਲੈਂਦੇ ਨੇ। ਜਿਹੜੇ ਮਨਮੁਖ ਨੇ ਉਹ ਭਰਮ ਦੇ ਵਿੱਚ ਨੇ, ਉਹਨਾਂ ਨੂੰ ਇੱਥੇ ਤੱਕ ਹੀ ਸੀਮਤ ਨੇ ਕਿ ਇਹ ਤਨ ਹੈ ਮੇਰਾ, ਇਹ ਮੇਰਾ ਪਰਿਵਾਰ ਹੈ, ਇਹ ਮੇਰੀ ਪ੍ਰੋਪਰਟੀ ਹੈ, ਜਾਇਦਾਦ ਹੈ, ਇਹ ਘਰ ਹੈ। ਭਰਮ ਦੇ ਵਿੱਚ ਪਿਆ ਹੈ ਜੀਵ। ਮੇਰਾ ਸਮਝਾਉਂਦਾ ਨੇ ਇਹਦੇ ਵਿੱਚ ਤੇਰਾ ਕੁਛ ਵੀ ਨਹੀਂ ਹੈ। ਜੋ ਤਨ ਤੈਂ ਆਪਣੋ ਘਰ ਮਾਨਿਓ, ਅਰ ਸੁੰਦਰ ਗ੍ਰਹਿ ਨਾਰੀ, ਇਨਮੇ ਕਛ ਤੇਰੋ ਰੇ ਨਾਹਿਨ। ਦੇਖੋ ਸੋਚ ਵਿਚਾਰੀ, ਇਹ ਤੇਰਾ ਨਹੀਂ ਹੈ, ਕਿਉਂਕਿ ਆਪਾਂ ਤਾਂ ਆਪਣਾ ਕੌਣ ਹੈ? ਆਤਮ ਸਾਡਾ ਅਸਲੀ ਜੋ ਮਾਤਾ ਪਿਤਾ ਹੈ। ਆਤਮ ਦੁਆਰਾ ਅਸੀਂ ਪਰਮਾਤਮਾ ਨੂੰ ਮਿਲਣਾ ਹੈ। ਇਸ ਕਰਕੇ ਸਾਡਾ ਜਿਹੜਾ ਘਰ ਵੀ ਸੱਚਾ ਘਰ ਹੈ, ਨਿਜ ਮਹਿਲ ਹੈ, ਜਿੱਥੇ ਸਾਡਾ ਸਾਰਿਆਂ ਦਾ ਸਾਂਝਾ ਹੈ। ਉੱਥੇ ਮੇਰਾ ਮੇਰਾ ਨਹੀਂ ਹੈ, ਉੱਥੇ ਆਪਣਾ ਸਾਰਿਆਂ ਦਾ ਉਹ ਘਰ ਸਾਂਝਾ ਹੈ। ਨਾਮ ਵਿਹੂਣ ਗਰਭ ਗਲ ਜਾਏ। ਨਾਮ ਤੋਂ ਵਿਹੂਣਾ ਜਿਹੜਾ ਮਨਮੁਖ ਹੈ, ਨਾਮ ਤੋਂ ਵਿਹੂਣਾ ਹੈ, ਗਰਭ ਦੇ ਵਿੱਚ ਗਲ ਜਾਂਦਾ ਹੈ। ਕੀ ਹੈ ਗਰਭ? ਇੱਕ ਤਨ ਦਾ ਗਰਭ ਹੈ, ਇੱਕ ਮਨ ਦਾ ਗਰਭ ਹੈ। ਤਨ ਦਾ ਗਰਭ ਹੈ ਮਾਤਾ ਦਾ ਉਦਰ, ਲੇਕਿਨ ਮਨ ਦਾ ਗਰਭ ਹੈ ਇਹ ਮਾਇਆ ਦਾ ਸਰੀਰ। ਇਸ ਸਰੀਰ ਦੇ ਵਿੱਚੋਂ ਗੁਰ ਦੇ ਗਿਆਨ ਦੁਆਰਾ ਮਨ ਨੇ ਪ੍ਰਗਟ ਹੋਣਾ ਹੁੰਦਾ ਹੈ, ਜੋਤ ਨੇ ਪ੍ਰਗਟ ਹੋਣਾ ਹੁੰਦਾ ਹੈ, ਜਿਸ ਨੂੰ ਮਨ ਦਾ ਜਨਮ ਕਹਿੰਦੇ ਨੇ। ਗੁਰ ਪ੍ਰਸਾਦੀ ਸ਼ਿਵ ਕਰ ਜਨਮ ਹੈ, ਵਿੱਚੋਂ ਸਖਤ ਗਵਾਏ। ਵੀ ਗੁਰ ਦੇ ਸ਼ਬਦ ਦੁਆਰਾ ਸ਼ਿਵ ਘਰ 'ਚ ਜਨਮ ਲੈਣਾ ਹੈ, ਸ਼ਕਤੀ ਨੂੰ ਗਾਉਣਾ ਹੈ, ਤੇ ਮੁਕਤੀ ਦਾ ਦੁਆਰਾ ਪ੍ਰਾਪਤ ਹੁੰਦਾ ਹੈ। ਇਸ ਕਰਕੇ ਸਮਝਾਉਂਦੇ ਨੇ ਜਿਹੜਾ ਨਾਮ ਤੋਂ ਵਿਹੂਣਾ ਹੈ, ਇਸ ਮਾਇਆ ਦੇ ਗਰਭ ਵਿੱਚ ਗਲ ਜਾਂਦਾ ਹੈ, ਫਿਰ ਉਸ ਨੂੰ ਮਾਇਆ ਦੇ ਗਰਭ ਮਿਲਦੇ ਰਹਿੰਦੇ ਨੇ। ਬਿਰਥਾ ਜਨਮ ਦੂਜਾ ਲੋਭਾਏ, ਦੂਜੇ ਨਾਲ ਜੁੜਿਆ ਹੈ, ਲੋਭ ਦੇ ਵਿੱਚ ਫਸਿਆ ਰਹਿੰਦਾ ਹੈ, ਦੂਜੀਆਂ ਚੀਜ਼ਾਂ ਦੇ ਵਿੱਚ ਲੁਭਾਇਆ ਰਹਿੰਦਾ ਹੈ। ਇਸ ਤਰੀਕੇ ਨਾਲ ਆਪਣਾ ਜਨਮ ਵਿਅਰਥ ਗਵਾ ਲੈਂਦਾ ਹੈ। ਗੁਰ ਦਾ ਗਿਆਨ ਨਹੀਂ ਲੈਂਦਾ, ਗੁਰ ਦੁਆਰਾ ਜੀਵਤ ਮਰਨਾ ਨਹੀਂ ਸਿੱਖਦਾ। ਨਾਮ ਵਿਹੂਣੀ ਦੁੱਖ ਜਲੈ ਸਵਾਈ। ਤੇ ਮੇਰਾ ਸਮਝਾਉਂਦੇ ਨੇ ਇੱਕ ਨਹੀਂ, ਸਾਰਾ ਸੰਸਾਰ ਹੀ ਨਾਮ ਤੋਂ ਵਿਹੂਣਾ ਜਲ ਰਿਹਾ ਹੈ। ਸਤਿਗੁਰ ਪੂਰਾ ਬੂਝ ਬੁਝਾਈ, ਪਰ ਸਾਨੂੰ ਸਤਿਗੁਰ ਨੇ ਇਹ ਬੂਝ ਬੁਝਾ ਦਿੱਤੀ ਹੈ। ਗਿਆਨ ਲਿਆ ਹੈ, ਦੇਖਦੇ ਹਾਂ ਸੰਸਾਰ ਮਨਮੁਖਾਂ ਦਾ ਕਿ ਕਿਵੇਂ ਉਸ ਨਾਮ ਤੋਂ ਵਿਹੂਣੇ ਸੜ ਰਹੇ ਨੇ, ਤੇ ਫਿਰ ਗਰਭ ਦੇ ਵਿੱਚ ਹੀ ਗਲ ਜਾਂਦੇ ਨੇ। ਮਨ ਚੰਚਲ ਬਹੁਤ ਚੋਟਾਂ ਖਾਏ। ਮਨ ਚੰਚਲ ਹੈ, ਚਤਰਾਈਆਂ ਕਰਦਾ ਹੈ, ਕਿਉਂਕਿ ਚੰਚਲ ਪਰਮੇਸ਼ਰ ਨੂੰ ਨਹੀਂ ਪਾ ਸਕਦਾ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਸੁਨ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਤ ਪਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੇ ਬੇਟੋ ਜਿਨ ਮੋ ਮਿੱਠਾ ਲਾਇਆ। ਮੇਰਾ ਸਮਝਾਉਂਦੇ ਨੇ ਕਿ
ਜੀਵ ਜਿਹੜਾ ਚੰਚਲ ਮਨ ਹੈ ਉਸ ਮਾਇਆ ਤੱਕ ਹੈ। ਮਾਇਆ ਪ੍ਰਭੂ ਨੇ ਸਾਨੂੰ ਮੋਹਣੀ ਲਾਈ ਹੈ, ਭਰਮ ਦੇ ਵਿੱਚ ਪਾਇਆ ਹੋਇਆ ਹੈ, ਅਤੇ ਅਸੀਂ ਉਸ ਤੋਂ ਕੁਰਬਾਨ ਜਾਣਾ ਜਿਸ ਨੇ ਇਸ ਮਾਇਆ ਨੂੰ ਸਾਜਿਆ ਹੈ। ਕੁਰਬਾਨ ਕੀਤਾ ਤਿਸ ਬੈਠੋ ਜਿਨ ਮੋਹ ਮੀਠਾ ਲਾਇਆ। ਜਿਹਨੇ ਮਾਇਆ ਸਾਜ ਕੇ ਸਾਡੇ ਮਨ ਨੂੰ ਭਰਮ ਦੇ ਵਿੱਚ ਪਾ ਦਿੱਤਾ, ਆਪਾਂ ਉਸ ਤੋਂ ਕੁਰਬਾਨ ਜਾਣਾ ਹੈ। ਅਸੀਂ ਮਾਇਆ ਨਾਲ ਨਹੀਂ ਜੁੜਨਾ। ਇਸ ਕਰਕੇ ਸਮਝਾਉਂਦੇ ਨੇ ਕਿ ਜਿਹੜਾ ਮਨ ਚੰਚਲ ਹੈ ਉਹ ਚੋਟਾਂ ਖਾਂਦਾ ਹੈ, ਇੱਥੋਂ ਛੁੜਕਿਆ ਠੌਰ ਨਾ ਪਾਏ। ਜੇਕਰ ਇਹ ਮਨੁੱਖਾ ਜਨਮ ਗਵਾ ਲਿਆ, ਇਸ ਦੇ ਵਿੱਚ ਆਪਣੀ ਚੰਚਲਤਾ, ਆਪਣੀ ਸਿਆਣਪ ਦੇ ਵਿੱਚ ਵਿਚਰਦਾ ਰਿਹਾ, ਆਪਣੀਆਂ ਚਤੁਰਾਈਆਂ ਕਰਦਾ ਰਿਹਾ, ਗੁਰ ਦੀ ਮਤ ਨਾ ਲਈ, ਫਿਰ ਇਸ ਨੂੰ ਦੁਬਾਰਾ 84 ਲੱਖ ਜੂਨ ਹੈ ਜਿਹੜਾ ਭੋਗਣੀ ਪੈਂਦੀ ਹੈ। ਕਈ ਵਾਰੀ ਉਸ ਤੋਂ ਵੀ ਜ਼ਿਆਦਾ ਬਾਰ ਵੀ ਜਾਣਾ ਪੈ ਸਕਦਾ ਹੈ, ਕਿਉਂਕਿ ਜਦ ਤੱਕ ਮਾਲਿਕ ਨੂੰ ਪਾਵੇਗਾ ਨਹੀਂ, ਸਾਨੂੰ ਮਨੁੱਖਾ ਜਨਮ ਨਹੀਂ ਮਿਲੇਗਾ। ਇਸ ਕਰਕੇ ਸਮਝਾਉਂਦੇ ਨੇ ਫਿਰ ਇਸ ਨੂੰ ਠੌਰ ਨਹੀਂ ਪ੍ਰਾਪਤ ਹੋਣੀ। ਗਰਭ ਜੂਨ ਬਿਸ਼ਟਾ ਕਾ ਵਾਸ, ਫਿਰ ਗਰਭ ਜੂਨ ਵਿੱਚ ਜਾਏਗਾ, ਇਸ ਨੂੰ ਬਿਸ਼ਟਾ ਦਾ ਕੀੜਾ ਬਣਾਇਆ ਦਿੱਤਾ ਜਾਏਗਾ, ਗੰਦਗੀ ਦਾ ਕੀੜਾ। ਤਿਤ ਘਰ ਮਨਮੁਖ ਕਰੇ ਨਿਵਾਸ, ਉਸ ਗੰਦਗੀ ਦੇ ਵਿੱਚ ਮਨਮੁਖ ਦਾ ਫਿਰ ਨਿਵਾਸ ਹੋਏਗਾ, ਵਾਸਾ ਹੋਏਗਾ। ਜੇ ਇਹ ਜਨਮ ਗਵਾ ਲਿਆ, ਜੇ ਇੱਥੇ ਗੁਰ ਦੇ ਸ਼ਬਦ ਦੁਆਰਾ ਜੀਵਤ ਨਾ ਮਰੇ। ਆਪਣੇ ਸਤਿਗੁਰ ਕੋ ਸਦਾ ਬਲ ਜਾਈ, ਤੇ ਸਤਿਗੁਰ ਸਮਝਾਉਂਦੇ ਨੇ ਕਿ ਅਸੀਂ ਤਾਂ ਆਪਣੇ ਸਤਿਗੁਰ ਤੋਂ ਸਦਾ ਬਲਿਹਾਰੇ ਜਾਂਦੇ ਹਾਂ। ਗੁਰਮੁਖ ਜੋਤੀ ਜੋਤ ਮਿਲਾਈ, ਜੋ ਗੁਰਮੁਖ ਨੇ ਜੋਤ 'ਚ ਜੋਤ ਮਿਲਾਈ ਹੈ, ਕਿਵੇਂ ਮਿਲਾਈ ਹੈ? ਸਤਿਗੁਰ ਦੁਆਰਾ, ਸੱਚੇ ਉਪਦੇਸ਼ ਦੁਆਰਾ, ਸੱਚੇ ਗੁਰ ਦੁਆਰਾ। ਉਸ ਗੁਰ ਤੋਂ ਅਸੀਂ ਬਲਿਹਾਰੇ ਜਾਂਦੇ ਹਾਂ। ਨਿਰਮਲ ਬਾਣੀ ਨਿਜ ਘਰ ਵਾਸਾ, ਨਿਜ ਘਰ ਦੇ ਵਿੱਚ ਗੁਰਮੁਖਾਂ ਦਾ ਵਾਸਾ ਹੈ। ਉਹਨਾਂ ਦੁਆਰਾ ਦਿੱਤਾ ਗਿਆਨ ਵੀ ਨਿਰਮਲ ਹੈ, ਨਿਰਮਲ ਬਾਣੀ ਹੈ। ਨਾਨਕ ਹਉਮੈ ਮਾਰੇ ਸਦਾ ਉਦਾਸਾ, ਹਉਮੈ ਖਤਮ ਹੈ, ਮਨ ਸਦਾ ਹੀ ਇਸ ਮਾਇਆ ਤੋਂ ਉਦਾਸ ਹੈ, ਮਾਇਆ ਤੋਂ ਨਿਰਲੇਪ ਹੈ। ਕਮਲ ਦੇ ਫੁੱਲ ਦੀ ਤਰ੍ਹਾਂ, ਜਿਵੇਂ ਕਮਲ ਦੇ ਫੁੱਲ ਦੀਆਂ ਜੜ੍ਹਾਂ ਚਿੱਕੜ 'ਚ ਨੇ, ਲੇਕਿਨ ਖਿੜਦਾ ਉੱਤੇ ਜਾ ਕੇ ਇੱਦਾਂ ਮਨ ਸਾਡਾ ਇਸ 9 ਦਰਾਂ ਤੋਂ ਉੱਤੇ ਚਲੇ ਜਾਂਦਾ ਹੈ। ਇਸ ਮਾਇਆ ਦੇ ਸਰੀਰ ਤੋਂ ਉੱਤੇ ਜਾ ਕੇ ਪ੍ਰਕਾਸ਼ ਹੋ ਜਾਂਦਾ ਹੈ। ਇਸ ਕਰਕੇ ਫਿਰ ਉਸ ਨੂੰ ਉਦਾਸਾ ਕਹਿੰਦੇ ਨੇ, ਇਸ ਮਾਇਆ ਤੋਂ ਉਦਾਸੀ ਲੈਂਦਾ ਹੈ। ਆਓ ਅਗਲਾ ਫਿਰ ਆਸਾ ਰਾਗ ਦੇ ਵਿੱਚ ਮਹੱਲੇ ਤੀਜੇ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ, ਸੋ ਲਾਲਾ ਜੀਵਤ ਮਰੈ, ਸੋਗ ਹਰਖ ਦੁਇ ਸਮ ਕਰ ਜਾਣੈ, ਗੁਰ ਪ੍ਰਸਾਦੀ ਸ਼ਬਦ ਉਦਰੈ। ਲਾਲਾ, ਲਾਲਾ ਦਾ ਅਰਥ ਜੋ ਕੀਤਾ ਹੈ ਸੇਵਕ, ਦਾਸ। ਅਸਲੀ ਦਾਸ ਜਾਂ ਅਸਲੀ ਵਿਕਿਆ ਹੋਇਆ ਉਹ ਮਨੁੱਖ ਜੋ ਜਿਸ ਨੇ ਆਪਾ ਪਰਮੇਸ਼ਰ ਨੂੰ ਸੌਂਪ ਦਿੱਤਾ ਹੈ। ਪਰ ਆਪਾ ਤਾਂ ਅਸੀਂ ਸੌਂਪ ਸਕਦੇ ਹਾਂ ਜੇ ਮਾਲਕ ਨੂੰ ਪਾਵੇਗਾ। ਇਸ ਕਰਕੇ ਲਾਲਾ, ਲਾਲ ਸ਼ਬਦ ਤੋਂ, ਲਾਲ ਜਿਹੜਾ ਹੈ ਹੀਰਾ, ਲਾਲ ਆਪਾਂ ਕਹਿੰਦੇ ਹਾਂ, ਉੱਥੋਂ ਹੀ ਇਹ ਸ਼ਬਦ ਬਣਿਆ ਹੈ ਲਾਲਾ। ਇਹ ਜਦੋਂ ਮਨ ਗੁਰ ਦੇ ਗਿਆਨ ਦੁਆਰਾ ਜੀਵਤ ਮਰਦਾ ਹੈ, ਕਹਿਣ ਤੋਂ ਭਾਵ ਜਦੋਂ ਮਨ ਪ੍ਰਕਾਸ਼ ਹੋ ਜਾਂਦਾ ਹੈ, ਹਉਮੈ ਖਤਮ ਹੋ ਜਾਂਦੀ ਹੈ, ਮਨ ਦਾ ਰੂਪ ਲਾਲ ਦੀ ਤਰ੍ਹਾਂ ਹੋ ਜਾਂਦਾ, ਹੀਰੇ ਵਰਗਾ ਹੋ ਜਾਂਦਾ ਹੈ, ਪ੍ਰਕਾਸ਼ ਰੂਪ ਹੋ ਜਾਂਦਾ ਹੈ। ਉਹ ਫਿਰ ਅਵਸਥਾ ਹੈ ਹਰਖ ਤੇ ਸੋਗ। ਜਿਵੇਂ ਉਸਤਤ ਨਿੰਦਾ ਦੀ ਗੱਲ ਆਈ ਪਿੱਛੇ, ਇੱਥੇ ਹਰਖ ਤੇ ਸੋਗ, ਖੁਸ਼ੀ ਤੇ ਗਮੀ।
ਦੋਨਾਂ ਨੂੰ ਸਮ ਕਰਕੇ ਜਾਣਦਾ ਹੈ। ਗੁਰ ਪ੍ਰਸਾਦੀ ਸ਼ਬਦ ਉਦਰੈ। ਫਿਰ ਗੁਰ ਦੀ ਕਿਰਪਾ ਦੁਆਰਾ ਸ਼ਬਦ ਲੈ ਕੇ ਉਦਰਦਾ ਹੈ ਅਤੇ ਆਪ ਉਦਰਦਾ ਹੈ, ਦੂਜਿਆਂ ਨੂੰ ਵੀ। ਫਿਰ ਗੁਰ ਉਸ ਨੂੰ ਮਾਲਕ ਆਪਣੀ ਕਾਰ ਚਲਾਉਂਦਾ ਹੈ, ਆਪਣਾ ਗੋਲਾ ਬਣਾ ਲੈਂਦਾ ਹੈ। ਆਓ ਇਹ ਰਹੋ ਪੰਕਤੀਆਂ ਸੀ। ਸ਼ਬਦ ਸ਼ੁਰੂ ਕਰਦੇ ਹਾਂ। ਲਾਲਾ ਆਪਣੀ ਜਾਤ ਗਵਾਈ। ਲਾਲਾ ਹੈ ਜਿਹੜਾ, ਕਿਉਂਕਿ ਜਿਹੜਾ ਪਹਿਲਾ ਸਾਡਾ ਰੂਪ ਹੈ, ਪਹਿਲੀ ਜਾਤ ਹੈ ਸਾਡੀ, ਉਹ ਇੱਕ ਮਾਇਆ ਅਸਥੂਲ ਰੂਪ ਹੁੰਦਾ ਹੈ, ਜਿੱਥੇ ਸਾਡੇ ਸਾਰਿਆਂ ਦੇ ਵੱਖਰੇ ਵੱਖਰੇ ਰੂਪ ਨੇ। ਪਰ ਗੁਰ ਦੇ ਸ਼ਬਦ ਦੁਆਰਾ ਉਹ ਆਪਣੀ ਪਹਿਲੀ ਜਾਤ ਖਤਮ ਹੋ ਜਾਂਦੀ ਹੈ, ਕਿਉਂਕਿ ਮਨ ਪ੍ਰਕਾਸ਼ ਹੋ ਜਾਂਦਾ ਹੈ, ਲਾਲਾਂ ਵਰਗਾ ਹੋ ਜਾਂਦਾ, ਹੀਰੇ ਜੈਸਾ ਹੋ ਜਾਂਦਾ ਹੈ। ਪਹਿਲੀ ਜਿਹੜਾ ਰੂਪ ਸੀ ਉਸਦਾ ਹਉਮੈ ਕਰਕੇ ਸਥੂਲ ਸੀ, ਉਹ ਖਤਮ ਹੋ ਜਾਂਦਾ, ਉਹ ਗਵਾ ਲੈਂਦਾ ਹੈ। ਜੀਵਤ ਮਰਨਾ ਕੀ ਹੈ? ਗੁਰੂ ਪ੍ਰਸਾਦੇ ਆਪੋ ਚੀਨਾ, ਆਪਣੇ ਅਸਲੀ ਰੂਪ ਨੂੰ ਪਹਿਚਾਨਣਾ। ਇਸੇ ਕਰਕੇ ਸਮਝਾਉਂਦੇ ਨੇ ਵੀ ਜੇ ਲਾਲਾ ਹੈ, ਲਾਲਾ ਉਹ ਹੀ ਬਣਦਾ ਜਿਹਨੇ ਆਪਣੀ ਪਹਿਲੀ ਜਾਤ ਗਵਾ ਲਈ, ਮੂਰਖ ਵਾਲੀ ਗੂਜਰੀ ਜਾਤ ਗਵਾਰ, ਜਾਂ ਸੌ ਪਾਇਆ ਆਪਣਾ। ਉਹ ਪਹਿਲਾ ਰੂਪ ਉਸਦਾ ਖਤਮ ਹੋ ਜਾਂਦਾ ਹੈ, ਨਵਾਂ ਰੂਪ ਪ੍ਰਗਟ ਹੋ ਜਾਂਦਾ ਹੈ। ਤਨ ਮਨ ਅਰਪੇ ਸਤਿਗੁਰ ਸਰਨਾਈ। ਕਿਵੇਂ ਮਿਟਾਈ? ਤਨ ਮਨ ਸਤਿਗੁਰ ਦੀ ਸ਼ਰਨ ਦੇ ਵਿੱਚ ਅਰਪਣ ਕਰ ਦਿੱਤਾ, ਆਪਾ ਸੌਂਪ ਦਿੱਤਾ। ਹਿਰਦੇ ਨਾਮ ਵੱਡੀ ਵਡਿਆਈ। ਫਿਰ ਪ੍ਰਭੂ ਨੇ ਹਿਰਦੇ ਦੇ ਵਿੱਚ ਨਾਮ ਬਖਸ਼ਿਸ਼ ਕਰ ਦਿੱਤਾ। ਜਦੋਂ ਆਪਾ ਸਮਰਪਿਤ ਕਰਦਾ, ਜਿਹਨੂੰ ਆਪਾਂ ਕਹਿੰਦੇ ਹਾਂ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਫਿਰ ਹਿਰਦੇ ਦੇ ਵਿੱਚ ਨਾਮ ਦੀ ਵਡਿਆਈ ਬਖਸ਼ਿਸ਼ ਕਰ ਦਿੱਤੀ, ਜੋ ਸਭ ਤੋਂ ਵੱਡੀ ਹੈ। ਵੱਡੀ ਵਡਿਆਈ ਜਾਂ ਸੱਚ ਨਿਆਓ, ਵੱਡੀ ਵਡਿਆਈ ਜਾਂ ਨਿਹਚਲ ਥਾਓ, ਵੱਡੀ ਵਡਿਆਈ ਜਾਣੇ ਅਲਾਓ, ਵੱਡੀ ਵਡਿਆਈ ਪੁੱਜੇ ਸਭ ਪਾਓ, ਵੱਡੀ ਵਡਿਆਈ ਜਾਂ ਨਿਹਚਲ ਥਾਓ, ਵੱਡੀ ਵਡਿਆਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ। ਫਿਰ ਆਪ ਹੀ ਪ੍ਰਗਟ ਹੋ ਜਾਂਦਾ ਹੈ। ਇਹ ਵੱਡੀ ਵਡਿਆਈ ਕਿਹਨੂੰ ਬਖਸ਼ਤਾ ਹੈ? ਜਿਹਨੇ ਆਪਣਾ ਪਹਿਲੀ ਜਾਤ ਗਵਾ ਲਈ, ਜਿਹੜਾ ਅਸਥੂਲ ਤੋਂ ਪ੍ਰਕਾਸ਼ ਰੂਪ ਹੋ ਗਿਆ, ਜਿਸ ਨੇ ਆਪਾਂ ਸਮਰਪਿਤ ਕਰ ਦਿੱਤਾ ਸਤਿਗੁਰ ਦੇ ਸ਼ਰਨ ਦੇ ਵਿੱਚ ਜਾ ਕੇ, ਆਪਣੀ ਮੱਤ ਛੱਡ ਦਿੱਤੀ, ਤਨ ਮਨ ਧਨ ਸੌਂਪ ਦਿੱਤਾ। ਸਦਾ ਪ੍ਰੀਤਮ ਪ੍ਰਭ ਹੋਏ ਸਖਾਈ। ਸਦਾ ਹੀ ਪ੍ਰੀਤਮ ਉਸ ਦਾ ਸਖਾ ਬਣ ਜਾਂਦਾ ਹੈ, ਹਰ ਥਾਂ ਹਰ ਵੇਲੇ ਸਾਹਮਣੇ ਪ੍ਰਗਟ ਰਹਿੰਦਾ ਹੈ। ਪਰ ਜਦੋਂ ਅਸੀਂ ਆਪਣੇ ਮਨ ਨੂੰ ਅਸਥੂਲ ਤੋਂ ਪ੍ਰਕਾਸ਼ ਰੂਪ ਕਰ ਲੈਂਦੇ ਹਾਂ, ਜਦੋਂ ਸਾਡਾ ਮੁੱਖ ਪ੍ਰਕਾਸ਼ ਹੋ ਜਾਂਦਾ ਹੈ, ਸਾਨੂੰ ਆਪਣੇ ਅਸਲੀ ਰੂਪ ਦੀ ਪਹਿਚਾਣ ਹੋ ਜਾਂਦੀ ਹੈ, ਫਿਰ ਪ੍ਰਭੂ ਸਾਡੇ ਸਦਾ ਹੀ ਸੰਗ ਹੈ। ਜਿਵੇਂ ਆਪਾਂ ਨੂੰ ਸਮਝਾਉਂਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਗੁਰ ਦੀ ਮਤ ਲੈ ਕੇ ਆਪਣੇ ਮੂਲ ਨੂੰ ਪਹਿਚਾਣਦਾ ਹੈ, ਫਿਰ ਸਾਰੇ ਪਾਸੇ ਸਾਨੂੰ ਸਦਾ ਸੰਗ ਅੰਗ ਸੰਗ ਨਜ਼ਰ ਆਉਂਦਾ ਹੈ, ਦਿਸਦਾ ਹੈ। ਇੱਕ ਤਾਂ ਅਜੀਬ ਹੈ ਕਿ ਅਸੀਂ ਸਮਝ ਲੈਣਾ ਵੀ ਸਾਡੇ ਅੰਗ ਸੰਗ ਹੈ। ਐਸਾ ਨਹੀਂ ਹੈ, ਅਸੀਂ ਜਿੱਧਰ ਵੀ ਦੇਖਦੇ ਉੱਧਰ ਹੀ ਸਾਨੂੰ ਦਰਸ਼ਨ ਹੁੰਦੇ ਨੇ। ਕਿਉਂਕਿ ਆਪ ਜਿਹੜਾ ਆਮ ਜਿਹੜੇ ਕਥਾਵਾਚਕ ਜਾਂ ਅਰਥ ਕਰਦੇ ਨੇ, ਉਹ ਇੰਨਾ ਕੀ ਕਰਦੇ ਨੇ ਕਿ ਤੁਸੀਂ ਇਹ ਸੋਚ ਸਮਝ ਲੈਣਾ ਹੈ ਕਿ ਸਾਡੇ ਅੰਗ ਸੰਗ ਹੈ। ਇੱਦਾਂ ਸਮਝਣਾ ਨਹੀਂ, ਦੇਖਣਾ ਹੈ, ਦਰਸ਼ਨ ਕਰਨੇ ਨੇ ਉਸਦੇ। ਹਰ ਪਾਸੇ ਹਰ ਥਾਂ 'ਤੇ ਸਾਨੂੰ ਦਰਸ਼ਨ ਹੁੰਦੇ ਨੇ। ਜਦੋਂ ਅਸੀਂ ਉਹ ਅਵਸਥਾ ਚਲੇ ਜਾਂਦੇ ਹਾਂ, ਆਪਾਂ ਗਵਾ ਲੈਂਦੇ ਹਾਂ। ਕਰਨੀ ਕਾਰ ਧੁਰੋਂ ਫਰਮਾਈ। ਫਿਰ ਉਹ ਜਿਹੜਾ ਲਾਲਾ ਹੈ, ਜਿਸ ਨੇ ਆਪਾ ਗਵਾ ਦਿੱਤਾ ਹੈ, ਆਪਣੀ ਜਾਤ ਗਵਾ ਦਿੱਤੀ ਹੈ, ਆਪਾ ਸਮਰਪਿਤ ਕਰ ਦਿੱਤਾ ਹੈ, ਫਿਰ ਪਰਮੇਸ਼ਰ ਉਸ ਨੂੰ ਉਸ ਕਰਮ ਦੇ ਵਿੱਚ ਲਾਉਂਦਾ ਹੈ, ਜੋ ਉਸ ਪ੍ਰਭੂ ਦਾ ਕਰਮ ਹੈ, ਜਿਹੜਾ ਆਪਣੇ ਜਨਾਂ ਦੁਆਰਾ ਸੰਸਾਰ ਨੂੰ ਗਿਆਨ ਕਰਵਾਉਂਦਾ ਹੈ। ਬਿਨ ਸ਼ਬਦੇ ਕੋ ਥਾਇ ਨਾ ਪਾਈ। ਜਦ ਤੱਕ ਉਹ ਸ਼ਬਦ ਦਾ ਗਿਆਨ ਨਹੀਂ ਲੈਂਦੇ,
ਕੋਈ ਥਾਂ ਨਹੀਂ ਪੈਂਦਾ, ਕਿਉਂਕਿ ਉਹਨਾਂ ਨੂੰ ਕਰਮ ਚਲਾਉਂਦਾ ਹੈ। ਉਹ ਫਿਰ ਉਸਦੇ ਨਾਮ ਦੇ ਬਾਰੇ ਆਖਦੇ ਨੇ, ਸ਼ਬਦ ਦਿੰਦੇ ਨੇ, ਜਿਸ ਨੂੰ ਆਪਾਂ ਪੜ੍ਹਦੇ ਹਾਂ, ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲਗ ਤਰਨਾ ਹੋਰ ਨਾ ਹੀ ਥਾਉ। ਉਹ ਗੁਰ ਦੇ ਗਿਆਨ ਤੋਂ ਬਿਨਾਂ ਸਾਡੀ ਕੀਤੀ ਘਾਲਣਾ ਥਾਂ ਨਹੀਂ ਪੈਂਦੀ। ਕਰਨੀ ਕੀਰਤ ਨਾਮ ਵਸਾਈ, ਜਿਨ੍ਹਾਂ ਦੇ ਮਨ ਦੇ ਵਿੱਚ ਨਾਮ ਵਸਿਆ ਹੈ, ਉਹ ਫਿਰ ਉਸ ਪ੍ਰਭੂ ਦੀ ਕਰਨੀ ਜਿਹੜੀ ਹੈ ਉਹ ਕਰਦੇ ਨੇ, ਉਹ ਕੀਰਤ ਕਰਦੇ ਨੇ, ਕਿਉਂਕਿ ਆਪ ਪ੍ਰਭੂ ਨੇ ਉਹਨਾਂ ਨੂੰ ਤੁਰੋਂ ਹੁਕਮ ਕੀਤਾ ਹੈ। ਆਪ ਆਪਣੇ ਗੋਲੇ ਲਾਲੇ ਬਣਾ ਕੇ ਹੁਕਮ ਕੀਤਾ ਹੈ ਕਿ ਤੁਸੀਂ ਹੁਣ ਸ਼ਬਦ ਦਾ ਗਿਆਨ ਦੇਵੋ, ਗੁਰ ਦਾ ਗਿਆਨ ਦੇਵੋ। ਆਪੇ ਦੇਵੈ ਢਿੱਲ ਨਾ ਪਾਈ, ਦੇਵਣ ਵਾਲਾ ਆਪ ਹੈ। ਇਸ ਕਰਕੇ ਜਿਨ੍ਹਾਂ 'ਤੇ ਦਇਆ ਕਰਦਾ ਹੈ ਉਹਨਾਂ ਨੂੰ ਇਹ ਖਜ਼ਾਨਾ ਬਖਸ਼ਿਸ਼ ਕਰਦਾ ਹੈ। ਜੇ ਕੋਈ ਜੀਵ ਆਉਂਦਾ ਹੈ ਤਾਂ ਉਹਨਾਂ ਨੂੰ ਇਹ ਗਿਆਨ ਦਿੰਦਾ ਹੈ ਆਪਣੇ ਜਨਾਂ ਦੁਆਰਾ। ਆਪਣਾ ਹੱਟ ਹੈ, ਆਪਣੇ ਚਾਕਰ ਸੇਵਕ ਲਾ ਕੇ ਉਹਨਾਂ ਦੁਆਰਾ ਸਾਨੂੰ ਇਹ ਗਿਆਨ ਬਖਸ਼ਿਸ਼ ਕਰਦਾ ਹੈ। ਮਨਮੁਖ ਭਰਮ ਭੁੱਲੈ ਸੰਸਾਰ, ਜਿਹੜੇ ਮਨਮੁਖ ਨੇ ਭਰਮ ਦੇ ਵਿੱਚ ਭੁੱਲੇ ਹੋਏ ਨੇ, ਕਿੰਨੇ ਕੁ ਨੇ, ਵਿਰਲੇ ਨੇ ਜਿਹੜੇ ਇਸ ਮਾਰਗ ਨੂੰ ਸਮਝਦੇ ਨੇ, ਚੱਲਦੇ ਨੇ, ਜਿਹੜਾ ਆਪਾਂ ਗਵਾਉਂਦੇ ਨੇ, ਨਹੀਂ ਤਾਂ ਸੰਸਾਰ ਸਾਰਾ ਭੁੱਲਿਆ ਹੈ। ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਕਹਿੰਦੇ ਸੰਸਾਰ ਸਾਰਾ ਭਰਮ ਦੇ ਵਿੱਚ ਹੈ, ਬੇਕਾਰਾਂ ਦੇ ਵਿੱਚ ਪਿਆ ਹੈ, ਕਿਉਂਕਿ ਕਿਸੇ ਵਿਰਲੇ ਨੂੰ ਆਪਾ ਉਠਾ ਦਿੰਦਾ, ਜਗਾ ਦਿੰਦਾ, ਫਿਰ ਉਹ ਇਸ ਨੂੰ ਜਾਣਦਾ ਹੈ, ਉਸ ਨੂੰ ਆਪਣਾ ਗਿਆਨ ਕਰਵਾਉਂਦਾ ਹੈ। ਇਸ ਕਰਕੇ ਸਮਝਾਉਂਦੇ ਨੇ ਮਹਾਰਾਜ ਕਿ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸੇ ਜਗਾਏ ਪਿਆਵੈ ਇਹ ਰਸ ਅਕਾਥ ਕਥਾ ਤੇ ਨ ਜਾਨੀ। ਬਿਨ ਰਾਸੀ ਕੂੜਾ ਕਰੇ ਵਪਾਰ, ਤੇ ਜੀਵ ਐਸੇ ਜਿਹੜੇ ਫਿਰ ਭਰਮ ਦੇ ਵਿੱਚ ਮਨਮੁਖ ਨੇ, ਉਹਨਾਂ ਕੋਲ ਇਹ ਸੱਚਾ ਧਨ ਤਾਂ ਹੈ ਨਹੀਂ, ਕਿਉਂਕਿ ਪ੍ਰਭੂ ਉਹਨਾਂ ਨੂੰ ਦਿੰਦਾ ਜਿਨ੍ਹਾਂ ਨੇ ਆਪਾ ਸਮਰਪਿਤ ਕਰ ਦਿੱਤਾ, ਆਪਣਾ ਪਹਿਲੀ ਜਾਤ ਗਵਾ ਲਈ ਹੈ, ਪ੍ਰਕਾਸ਼ ਰੂਪ ਹੋ ਗਏ ਨੇ। ਪਰ ਦੂਜੇ ਪਾਸੇ ਮਨਮੁਖ ਨੇ ਜਿਹੜੇ, ਉਹ ਭਰਮ ਦੇ ਵਿੱਚ ਨੇ, ਭੁੱਲੇ ਨੇ, ਸੰਸਾਰ ਵੀ ਭੁੱਲਿਆ ਹੈ। ਇਸ ਕਰਕੇ ਉਹ ਬਿਨਾਂ ਰਾਸ਼ੀ ਤੋਂ ਹੀ ਕੂੜ ਦਾ ਵਪਾਰ ਕਰਦੇ ਨੇ, ਸਦਾਉਂਦੇ ਨੇ ਆਪ ਵੀ ਕਿ ਪ੍ਰਭੂ ਦੇ ਚਾਕਰ ਹਾਂ, ਗੋਲੇ ਹਾਂ, ਆਪਾਂ ਦੇਖਦੇ ਹਾਂ, ਲੇਕਿਨ ਰਾਸ਼ੀ ਹੈ ਨਹੀਂ, ਕਿਉਂਕਿ ਪ੍ਰਭੂ ਨੂੰ ਉਹਨਾਂ ਨੇ ਜਾਣਿਆ ਨਹੀਂ, ਹੰਕਾਰ ਦੇ ਵਿੱਚ ਨੇ, ਸਿਰਫ ਬਾਹਰੀ ਭੇਖ ਨੇ। ਇਸ ਕਰਕੇ ਸਮਝਾਉਂਦੇ ਨੇ ਕਿ ਉਹ ਫਿਰ ਕੂੜ ਦਾ ਵਪਾਰ ਕਰਦੇ ਨੇ। ਬਿਨ ਰਾਸ਼ੀ ਵੱਖਰ ਭਲੇ ਨਾ ਪਾਏ, ਜੇ ਰਾਸ਼ੀ ਨਹੀਂ ਹੋਏਗੀ ਖਜ਼ਾਨਾ ਪ੍ਰਾਪਤ ਨਹੀਂ ਹੋਏਗਾ। ਜਦ ਤੱਕ ਪ੍ਰਭੂ ਇਹ ਬਖਸ਼ਿਸ਼ ਨਹੀਂ ਕਰਦਾ, ਸਾਡੇ ਪੱਲੇ ਉਹ ਖਜ਼ਾਨਾ ਨਹੀਂ ਆ ਸਕਦਾ, ਸਾਡੇ ਕੋਲ ਪ੍ਰਭੂ ਦਾ ਖਜ਼ਾਨਾ ਪ੍ਰਾਪਤ ਨਹੀਂ ਹੋ ਸਕਦਾ। ਮਨਮੁਖ ਭੁੱਲਾ ਜਨਮ ਗਵਾਏ, ਜਿਹੜੇ ਮਨਮੁਖ ਨੇ, ਭੁੱਲੇ ਨੇ, ਆਪਣਾ ਜਨਮ ਗਵਾ ਲੈਂਦੇ ਨੇ, ਕਿਉਂਕਿ ਪ੍ਰਭੂ ਜਦ ਤੱਕ ਸਾਨੂੰ ਬਖਸ਼ਿਸ਼ ਨਹੀਂ ਕਰਦਾ ਖਜ਼ਾਨਾ, ਅਸੀਂ ਇਸ ਦਾ ਵਪਾਰ ਨਹੀਂ ਕਰ ਸਕਦੇ। ਜਿਹੜੇ ਮਨਮੁਖ ਨੇ ਕੂੜ ਦਾ ਵਪਾਰ ਕਰਦੇ ਨੇ। ਸਤਿਗੁਰ ਸੇਵੇ ਸੋ ਲਾਲਾ ਹੋਏ, ਲਾਲਾ ਕੌਣ ਹੈ? ਜਿਹੜਾ ਸਤਿਗੁਰ ਦੀ ਸੇਵਾ ਕਰਦਾ ਹੈ, ਸੱਚੇ ਗੁਰ ਦਾ ਗਿਆਨ ਦਿੰਦਾ ਹੈ। ਸਤਿਗੁਰ ਦੀ ਸੇਵਾ ਹੈ ਸੱਚੇ ਗੁਰ ਦੇ ਗੁਣ ਗਾਉਣੇ, ਸੱਚੇ ਗੁਰ ਦੀ ਸਿਫਤ ਸਲਾਹ ਕਰਨੀ, ਉਹ ਲਾਲਾ ਹੈ ਉਸ ਮਾਲਕ ਦਾ। ਉੱਤਮ ਜਾਤੀ ਉੱਤਮ ਸੋਏ, ਉਹਦੀ ਜਾਤੀ ਵੀ ਉੱਤਮ ਹੈ, ਕਿਉਂਕਿ ਉਸਨੇ ਇਹ ਗਵਾ ਲਈ ਹੈ, ਪ੍ਰਕਾਸ਼ ਰੂਪ ਹੋ ਗਿਆ ਹੈ। ਇਸ ਕਰਕੇ ਉਸ ਪ੍ਰਭੂ ਦਾ ਚਾਕਰ ਹੈ, ਇਸ ਕਰਕੇ ਉੱਤਮ ਹੈ। ਜਿਵੇਂ ਪ੍ਰਭੂ ਉੱਤਮ ਹੈ, ਜਿਹੜਾ ਉਸ ਦਾ ਲਾਲਾ ਹੈ ਉਹ ਵੀ ਸੰਸਾਰ ਤੋਂ ਉੱਤਮ ਹੈ, ਕਿਉਂਕਿ ਪ੍ਰਭੂ ਨੇ ਉਸ ਨੂੰ ਆਪਣਾ ਖਜ਼ਾਨਾ ਬਖਸ਼ਿਸ਼ ਕੀਤਾ ਹੈ, ਉਸ ਨੇ ਆਪਾ ਸਮਰਪਿਤ ਕੀਤਾ ਹੈ, ਆਪਣੀ ਜਾਤ ਗਵਾਈ ਹੈ। ਗੁਰ ਪੌੜੀ ਸਭ ਤੋਂ ਉੱਚਾ ਹੋਏ, ਗੁਰ ਪੌੜੀ ਹੈ ਸਾਨੂੰ ਉਸ ਮੰਦਰ ਤੱਕ ਉੱਚਾ ਚੜ੍ਹਨ ਦੇ ਵਾਸਤੇ। ਇਸ ਕਰਕੇ ਜਿਸ ਦੇ ਕੋਲ ਪੌੜੀ ਹੋਵੇ ਉਹ ਉੱਚੇ ਥਾਂ ਚੜ੍ਹ ਜਾਂਦਾ ਹੈ। ਜਿਹੜੇ ਉਸ ਦੇ ਲਾਲੇ ਨੇ ਉਹਨਾਂ ਦੇ ਕੋਲ ਗੁਰ ਪੌੜੀ ਹੈ।
ਗੁਰ ਦੇ ਕਈ ਕੰਮ ਨੇ। ਗੁਰ ਜਦੋਂ ਅਸੀਂ ਭਵ ਸਾਗਰ ਨੂੰ ਪਾਰ ਕਰਨਾ ਹੈ, ਉਦੋਂ ਗੁਰ ਬੇੜੀ ਵੀ ਹੈ ਅਤੇ ਗੁਰ ਬੇੜੀ ਨੂੰ ਚਲਾਉਣ ਦੇ ਵਾਸਤੇ ਚੱਪੂ ਵੀ ਹੈ, ਤੁਲਾਹਾ ਵੀ ਹੈ। ਅਤੇ ਅੱਗੇ ਜਾ ਕੇ ਗੁਰ ਉਸ ਦਰ ਨੂੰ ਖੋਲ੍ਹਣ ਦੇ ਵਾਸਤੇ ਕੁੰਜੀ ਵੀ ਹੈ। ਅਤੇ ਫਿਰ ਗੁਰ ਪੌੜੀ ਵੀ ਹੈ, ਗੁਰ ਬੇੜਾ ਵੀ ਹੈ। ਗੁਰ ਪੌੜੀ ਬੇੜੀ ਗੁਰੂ, ਗੁਰ ਤੁਲਹਾ ਹਰ ਨਾਉ, ਗੁਰ ਸਰ ਸਾਗਰ ਬੋਹਿਥਾ, ਗੁਰ ਤੀਰਥ ਦਰਿਆਓ। ਜਾ ਤਿਸ ਭਾਵੈ ਉਜਲੀ, ਸਤ ਸਰਨਾਵਣ ਜਾਓ। ਇਸ ਕਰਕੇ ਸਮਝਾਉਂਦੇ ਨੇ ਕਿ ਸਭ ਤੋਂ ਉੱਚਾ ਜੀਵ ਹੈ, ਕਿਉਂਕਿ ਉਸਦੇ ਕੋਲ ਗੁਰ ਪੌੜੀ ਹੈ। ਉਸਨੇ ਭਵ ਸਾਗਰ ਤੋਂ ਪਾਰ ਚਲੇ ਗਿਆ। ਭਵ ਸਾਗਰ ਤੋਂ ਪਾਰ ਆਉਣ ਵਾਸਤੇ ਗਿਆਨ ਪ੍ਰਚੰਡ ਦੀ ਲੋੜ ਹੁੰਦੀ ਹੈ। ਉੱਥੇ ਗੁਰ ਬੇੜੀ ਹੈ ਅਤੇ ਅੱਗੇ ਫਿਰ ਪੌੜੀ ਹੈ, ਜਿਹਦੇ ਦੁਆਰਾ ਉੱਚੇ ਥਾਂ 'ਤੇ ਚੜ੍ਹਨਾ ਹੈ। ਨਾਨਕ ਨਾਮ ਵਡਾਈ ਹੋਏ, ਫਿਰ ਉਸ ਨੂੰ ਇਹ ਵਡਿਆਈ ਪ੍ਰਾਪਤ ਹੁੰਦੀ ਹੈ। ਕਰਮਖੰਡ ਦੇ ਵਿੱਚ ਵਾਸਾ ਹੁੰਦਾ ਹੈ, ਜਿੱਥੇ ਹਰ ਕੋਈ ਨਹੀਂ ਪਹੁੰਚ ਸਕਦਾ, ਜਿਸ ਨੂੰ ਆਪਾਂ ਪੜ੍ਹਦੇ ਹਾਂ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ, ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਊਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ। ਆਓ ਅਗਲਾ ਫਿਰ ਆਸਾ ਰਾਗ ਦੇ ਵਿੱਚ ਮਹੱਲੇ ਤੀਜੇ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਦੁਹਾਗਣੀ ਕਾ ਮਨ ਦੇਖ ਸ਼ਿਗਾਰ। ਇੱਕ ਸੁਹਾਗਣ ਹੁੰਦੀ, ਇੱਕ ਦੁਹਾਗਣ। ਰਹੋ ਪੰਕਤੀਆਂ ਦੇ ਵਿੱਚ ਦੁਹਾਗਣ ਦੀ ਗੱਲ ਕੀਤੀ ਹੈ ਕਿ ਦੁਹਾਗਣ ਕੀ ਸ਼ਿਗਾਰ ਕਰਦੀ ਹੈ ਮਨ ਦਾ। ਪੁੱਤਰ ਕਲੱਤਰ ਤਨ ਮਾਇਆ ਚਿਤਲਾਏ। ਪਰਿਵਾਰ ਦੇ ਨਾਲ, ਪੁੱਤਰਾਂ ਦੇ ਨਾਲ, ਧੀਆਂ ਦੇ ਨਾਲ, ਨੂੰਹਾਂ ਦੇ ਨਾਲ, ਧਨ ਦੇ ਨਾਲ, ਮਾਇਆ ਦੇ ਨਾਲ ਉਹ ਪਿਆਰ ਲਾਉਂਦੀ ਹੈ, ਚਿੱਤ ਲਾਉਂਦੀ ਹੈ। ਝੂਠ ਮੋਹ ਪਖੰਡ ਵਿਕਾਰ। ਝੂਠ ਬੋਲਦੀ ਹੈ, ਪਖੰਡ ਕਰਦੀ ਹੈ, ਭੇ ਕਰਦੀ ਹੈ, ਬੇਕਾਰ ਕਰਦੀ ਹੈ। ਉਹ ਕਾਰ ਨਹੀਂ ਕਰਦੀ ਜਿਹੜੀ ਪ੍ਰਭੂ ਫਰਮਾਉਂਦਾ ਹੈ, ਕਿਉਂਕਿ ਉਹ ਕਰ ਹੀ ਨਹੀਂ ਸਕਦੀ। ਇਸ ਕਰਕੇ ਸਾਰਾ ਕੁਛ ਉਸ ਪ੍ਰਭੂ ਦੇ ਉਪਦੇਸ਼ ਤੋਂ ਉਲਟ ਕਰਦੀ ਹੈ। ਦੁਹਾਗਣੀ ਹੈ ਕੌਣ? ਜਿਹੜੀ ਭੇਖ ਤਾਂ ਸੁਹਾਗਣ ਦਾ ਕਰਦੀ ਹੈ, ਲੇਕਿਨ ਹੈ ਦੁਹਾਗਣ। ਇਸ ਕਰਕੇ ਉਸ ਪਖੰਡ ਕਰਦੀ ਹੈ ਮਾਇਆ ਵਾਸਤੇ, ਧਨ ਵਾਸਤੇ ਹੀ, ਕਿਉਂਕਿ ਉਸ ਦਾ ਮੋਹ ਹੈ ਧੀਆਂ ਪੁੱਤਰਾਂ ਦੇ ਵਿੱਚ। ਉਹਨਾਂ ਵਾਸਤੇ ਪਰਮੇਸ਼ਰ ਦੇ ਨਾਮ ਨੂੰ ਧੰਦਾ ਬਣਾ ਕੇ ਵਪਾਰ ਕਰਦੇ। ਇਹ ਰਹੋ ਪੰਕਤੀਆਂ ਸੀ। ਆਓ ਸ਼ਬਦ ਸ਼ੁਰੂ ਕਰਦੇ ਹਾਂ। ਮਨਮੁਖ ਝੂਠੋ ਝੂਠ ਕਮਾਵੇ। ਜਿਹੜਾ ਮਨਮੁਖ ਹੈ ਉਹ ਝੂਠ ਹੀ ਕਮਾਉਂਦਾ ਹੈ। ਗੁਰਬਾਣੀ ਦੇ ਵਿੱਚ ਜਿਹੜਾ ਜ਼ਿਆਦਾਤਰ ਜਿਹੜੇ ਉਸ ਸਮੇਂ ਧਰਮ ਦਾ ਪ੍ਰਚਾਰ ਕਰਦੇ ਸੀ ਲੋਕ, ਪਖੰਡ ਕਰਦੇ ਸੀ, ਚਾਹੇ ਕਿਸੇ ਵੀ ਧਰਮ ਦਾ ਸੀ, ਕਿਸੇ ਵੀ ਮਤ ਦਾ ਸੀ, ਜੇ ਆਪਾਂ ਮਤ ਕਹਿ ਲਈਏ, ਪਰ ਗਿਆਨ ਨਹੀਂ ਸੀ। ਸਿਰਫ ਬਾਰੀ ਭੇਖ ਨਾਲ ਲੋਕਾਂ ਨੂੰ ਮੂਰਖ ਬਣਾਉਂਦੇ ਸੀ। ਉਹਨਾਂ 'ਤੇ ਜ਼ਿਆਦਾ ਕਟਾਕਸ਼ ਕੀਤਾ ਹੈ ਗੁਰੂ ਸਾਹਿਬਾਨਾਂ ਨੇ। ਇਸ ਕਰਕੇ ਸਮਝਾਉਂਦੇ ਨੇ, ਕਹਿੰਦੇ ਐਸੇ ਜੀਵ ਜਿਹੜੇ ਮਨਮੁਖ ਨੇ, ਝੂਠੋ ਝੂਠ ਕਮਾਵੇ। ਝੂਠ ਦੇ ਨਾਲ ਹੀ ਜੁੜੇ ਨੇ, ਝੂਠ ਹੀ ਕਮਾਉਂਦੇ ਨੇ। ਖਸਮੇ ਕਾ ਮਹਿਲ ਕਦੇ ਨਾ ਪਾਵੇ। ਉਸ ਪ੍ਰਭੂ ਦਾ ਖਸਮ ਦਾ ਮਹਿਲ, ਨਿਜ ਮਹਿਲ, ਸੱਚਾ ਮਹਿਲ, ਸੁਖ ਮਹਿਲ, ਬਹੁਤ ਸਾਰੇ ਨਾਮ ਨੇ, ਗਗਨ ਮੰਡਲ, ਉਹ ਕਦੇ ਵੀ ਨਹੀਂ ਪ੍ਰਾਪਤ ਕਰ ਸਕਦੀ, ਕਿਉਂਕਿ ਮਨਮੁਖ ਹੈ ਜਿਹੜਾ ਝੂਠਾ ਹੈ। ਝੂਠ ਹੀ ਕਮਾ ਸਕਦਾ ਹੈ। ਗੁਰ ਦੇ ਸ਼ਬਦ ਤੋਂ ਬਿਨਾਂ ਉਸ ਨੂੰ ਗਿਆਨ ਹੀ ਨਹੀਂ ਹੋ ਸਕਦਾ। ਦੂਜਾ ਲੱਗੀ ਭਰਮ ਭੁਲਾਵੇ। ਕਹਿੰਦੇ ਦੂਜੇ ਲੱਗੀ ਹੈ, ਦੁਹਾਗਣ ਹੈ, ਕਿਉਂਕਿ ਪਰਮੇਸ਼ਰ ਪੁਰਖ ਹੈ, ਆਪਾਂ ਨੂੰ ਨਾਰ ਕਿਹਾ ਹੈ, ਇਸ ਕਰਕੇ ਦੁਹਾਗਣੀ ਕਿਹਾ ਹੈ। ਦੂਜੇ ਲੱਗੀ ਭਰਮ ਭੁਲਾਵੇ। ਕਹਿੰਦੇ ਭਰਮ ਦੇ ਵਿੱਚ ਪਈ ਹੈ, ਭੁਲਾਵੇ ਵਿੱਚ ਹੈ, ਦੂਜੇ ਨਾਲ ਲੱਗੀ ਹੈ, ਝੂਠ ਨਾਲ ਲੱਗੀ ਹੈ, ਸੱਚ ਨੂੰ ਪਾ ਨਹੀਂ ਸਕਦੀ। ਮਮਤਾ ਬਾਧਾ ਆਵੇ ਜਾਵੇ, ਕਿਉਂਕਿ ਮਮਤਾ ਦੇ ਵਿੱਚ ਵਧਿਆ ਹੋਇਆ ਜੀਵ ਹੈ।
ਸਿਰਫ ਜੋ ਵੀ ਕਰਦਾ ਹੈ ਮਾਇਆ ਵਾਸਤੇ ਕਰਦਾ ਹੈ। ਕੀਰਤਨ ਕਥਾ ਜੋ ਵੀ ਕਰਦਾ ਹੈ ਮਾਇਆ ਵਾਸਤੇ, ਧਨ ਵਾਸਤੇ ਕਰਦਾ ਹੈ। ਤੇ ਸਤਿਗੁਰ ਸਮਝਾਉਂਦੇ ਨੌਵੇਂ ਪਾਤਸ਼ਾਹ ਜੀ, ਜਿਨ੍ਹਾਂ ਜੀਵਾਂ ਨੇ ਮਮਤਾ ਨੂੰ ਤਿਆਗ ਦਿੱਤਾ, ਜੇ ਮਮਤਾ ਖਤਮ ਹੋ ਗਈ ਤੇ ਦੂਜੇ ਆਪਣੇ ਆਪ ਖਤਮ ਹੋ ਜਾਂਦੇ ਨੇ। ਨੌਵੇਂ ਪਾਤਸ਼ਾਹ ਸਮਝਾਉਂਦੇ ਨੇ, ਜਿਹੇ ਪ੍ਰਾਨੀ ਮਮਤਾ ਤਜੀ, ਲੋਭ ਮੋਹ ਅਹੰਕਾਰ, ਕਹੋ ਨਾਨਕ ਆਪਨ ਤਰੈ ਔਰਨ ਲੇਤ ਉਧਾਰ। ਵੀ ਉਹ ਆਪ ਵੀ ਤਰ ਜਾਂਦਾ, ਹੋਰਾਂ ਨੂੰ ਵੀ ਉਧਾਰ ਲੈਂਦਾ, ਪਰ ਜਿਹਨੇ ਮਮਤਾ ਤਜੀ ਹੈ, ਜਿਹੜਾ ਮਨਮੁਖ ਮਮਤਾ ਦੇ ਵਿੱਚ ਫਸਿਆ ਹੈ, ਤੇ ਮਮਤਾ ਵੱਧਦਾ ਫਿਰ ਆਵਣ ਜਾਵਣ ਦੇ ਵਿੱਚ ਪਿਆ ਰਹਿੰਦਾ ਹੈ। ਸਦਾ ਸੁਹਾਗਣ ਜੋ ਪ੍ਰਭ ਪਾਵੇ, ਜੋ ਪ੍ਰਭੂ ਨੂੰ ਪਾ ਜਾਂਦੀ, ਜਿਹੜੇ ਉਹ ਕਰਮ ਕਰਦੀ ਜਿਹੜੇ ਪ੍ਰਭੂ ਨੂੰ ਪਾਉਂਦੇ ਨੇ। ਮੋਹ ਨੂੰ ਛੱਡਣਾ, ਸਭ ਤੋਂ ਪਹਿਲਾਂ ਕੀ ਹੈ? ਮੋਹ ਦਾ ਤਿਆਗ ਕਰਨਾ, ਮਮਤਾ ਦਾ ਤਿਆਗ ਕਰਨਾ, ਕਾਮ ਦਾ, ਕ੍ਰੋਧ ਦਾ, ਲੋਭ ਦਾ, ਹੰਕਾਰ ਨੂੰ ਤਿਆਗਣਾ। ਇਹ ਚੀਜ਼ਾਂ ਤਿਆਗਦੇ ਨਾ, ਫਿਰ ਪ੍ਰਭੂ ਨੂੰ ਆਪਾਂ ਪਾਉਂਦੇ ਹਾਂ। ਇਹ ਸਾਰਾ ਕਿਵੇਂ ਹੁੰਦਾ ਹੈ? ਗੁਰ ਦੇ ਗਿਆਨ ਦੁਆਰਾ। ਸਦਾ ਸੁਹਾਗਣ ਜੋ ਪ੍ਰਭ ਪਾਵੈ, ਗੁਰ ਸ਼ਬਦੀ ਸ਼ਿੰਗਾਰ ਬਣਾਵੇ। ਵੀ ਗੁਰ ਦੇ ਸ਼ਬਦ ਦੁਆਰਾ ਮਨ ਨੂੰ ਸ਼ਿੰਗਾਰਦੀ ਹੈ, ਤੇ ਫਿਰ ਦੂਜਿਆਂ ਨੂੰ ਵੀ ਉਹ ਸ਼ਿੰਗਾਰ ਕਰਨਾ ਸਿਖਾਉਂਦੀ ਹੈ। ਪੈਕੀ ਆਦੇ ਸਲਾਹੀਆ, ਨੈਣੀ ਭਾਵ ਕਾ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀਐ ਲਾਗੀ ਜਾਸੋ ਤਰੇ ਪਿਆਰੋ। ਸੇਜ ਸੁਖਾਲੀ ਅਨ ਦਿਨ ਹਰ ਰਾਵੈ, ਸੇਜ ਸੁਖਾਲੀ ਹੈ, ਅਨ ਦਿਨ ਹਰੀ ਨੂੰ ਰਾਵਦੀ ਹੈ। ਹਰ ਦਿਨ ਹਰੀ ਉਸ ਸੇਜਾਂ 'ਤੇ ਨਾਲ ਰਹਿੰਦਾ ਹੈ। ਜਿਹੜੀ ਸੁਹਾਗਣ, ਜਿਹੜੀ ਪ੍ਰਭੂ ਨੂੰ ਪਾ ਜਾਂਦੀ ਹੈ। ਮਿਲ ਪ੍ਰੀਤਮ ਸਦਾ ਸੁਖ ਪਾਵੇ, ਕਹਿੰਦੇ ਪ੍ਰੀਤਮ ਨੂੰ ਮਿਲ ਕੇ ਸਦਾ ਸੁਖ ਪ੍ਰਾਪਤ ਕਰਦੀ ਹੈ। ਸੇਜਾ ਸੁਖਾਲੀ ਹੈ, ਕਿਉਂਕਿ ਹਰ ਸਮੇਂ ਪ੍ਰੀਤਮ ਸੇਜਾ 'ਤੇ ਰਹਿੰਦਾ ਹੈ। ਸਾ ਸੁਹਾਗਣ ਸਾਚੀ, ਜਿਸ ਸੱਚ ਪਿਆਰ, ਉਹ ਸੱਚੀ ਸੁਹਾਗਣ ਹੈ ਜਿਸ ਦਾ ਪਿਆਰ ਸੱਚ ਦੇ ਨਾਲ ਹੈ, ਝੂਠ ਦੇ ਨਾਲ ਨਹੀਂ ਹੈ। ਜੋ ਸੱਚ ਦੇ ਨਾਲ ਪਿਆਰ ਕਰਦੀ, ਸੱਚ ਦਾ ਹੀ ਗਿਆਨ ਦਿੰਦੀ ਹੈ, ਉਹ ਸੁਹਾਗਣ ਸੱਚੀ ਹੈ। ਆਪਣਾ ਪਿਰ ਰੱਖੈ ਸਦਾ ਉਰਤਾਰ, ਆਪਣੇ ਪਿਰ ਨੂੰ, ਆਪਣੇ ਪਿਆਰੇ ਨੂੰ ਸਦਾ ਹਿਰਦੇ ਦੇ ਵਿੱਚ ਵਸਾ ਕੇ ਰੱਖਦੀ ਹੈ। ਨੇੜੇ ਵੇਖੈ ਸਦਾ ਹਜੂਰ, ਕਿਵੇਂ ਵਸਾਉਂਦੀ ਹੈ? ਕਿੱਥੇ ਦੇਖਦੀ ਹੈ? ਨੇੜੇ, ਸਾਹਮਣੇ ਸਦਾ ਉਸ ਮਾਲਕ ਨੂੰ ਦੇਖਦੀ ਹੈ, ਨੇੜੇ, ਤੇ ਹਿਰਦੇ ਦੇ ਵਿੱਚ ਵਸਾ ਕੇ ਰੱਖਦੀ ਹੈ। ਮੇਰਾ ਪ੍ਰਭ ਸਰਬ ਰਹਾ ਭਰਪੂਰ, ਕਿਉਂਕਿ ਮੇਰਾ ਪ੍ਰਭੂ ਜਿਹੜਾ ਹੈ ਸਰਬ ਭਰਪੂਰ ਹੈ। ਜਿਸ ਨੇ ਜਾਣ ਲਿਆ ਉਸ ਨੂੰ ਦੇਖ ਲਿਆ। ਜਿੱਥੇ ਵੀ ਦੇਖਦੇ ਉਹ ਪ੍ਰਭੂ ਸਾਹਮਣੇ ਰਹਿੰਦਾ ਹੈ। 8 ਪਹਿਰ ਪ੍ਰਭ ਸੈ ਹਜੂਰੇ, 8 ਪਹਿਰ ਸਾਹਮਣੇ ਵਸਦਾ ਹੈ। ਅੱਗੇ ਜਾਤ ਰੂਪ ਨਾ ਜਾਏ, ਜਿਹੜਾ ਬਾਹਰੀ ਭੇਖ ਹੈ ਅੱਗੇ, ਇਹ ਨਹੀਂ ਜਾਣਾ। ਇਹ ਜਿਹੜਾ ਧਨ ਦਾ ਸ਼ਿੰਗਾਰ ਕਰਦੇ ਨੇ, ਜਿਹੜੇ ਇਸ ਧਨ ਦੌਲਤ ਨੂੰ, ਇਹ ਕੁਛ ਵੀ ਅੱਗੇ ਨਹੀਂ ਜਾਣਾ, ਕਿਉਂਕਿ ਕੱਪੜ ਰੂਪ ਸੁਹਾਵਣਾ, ਛੜ ਦੁਨੀਆ ਅੰਦਰ ਜਾਵਣਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਜੋ ਹੈ ਜਿਹਾ ਇੱਥੇ ਕਰਾਂਗੇ ਅੱਗੇ ਉਹ ਜਿਹਾ ਫਲ ਮਿਲਣਾ ਹੈ, ਸਾਨੂੰ ਉਹਦੀ ਸਜ਼ਾ ਮਿਲਣੀ ਹੈ। ਚੰਗਾ ਕਰਾਂਗੇ ਫਲ ਮਿਲੇਗਾ, ਲੇਕਿਨ ਜਾਤ ਅੱਗੇ ਨਹੀਂ ਜਾਣੀ, ਅੱਗੇ ਸਤਨ ਨੇ ਨਹੀਂ ਜਾਣਾ, ਅੱਗੇ ਮਨ ਨੇ ਹੀ ਜਾਣਾ ਹੈ। ਤਿਹਾ ਹੋਵੇ ਜਿਹੇ ਕਰਮ ਕਮਾਏ, ਜਿਹੋ ਜਿਹੇ ਕਰਮ ਕਰੇਗਾ ਉਹ ਜਿਹੀ ਅੱਗੇ ਉਸ ਨੂੰ ਫਲ ਮਿਲਣਾ ਹੈ। ਸ਼ਬਦ ਉੱਚੋ ਉੱਚਾ ਹੋਏ, ਜੇ ਗੁਰ ਦੇ ਸ਼ਬਦ ਦੁਆਰਾ ਉੱਚੇ ਤੋਂ ਉੱਚਾ ਜੀਵ ਹੈ, ਫਿਰ ਉਸ ਨੂੰ ਪ੍ਰਭੂ, ਉਹ ਪ੍ਰਭੂ ਨੂੰ ਪਾ ਜਾਂਦਾ ਹੈ। ਤੇ ਜਿਹੜੇ ਜੀਵ ਮਨਮੁਖ ਨੇ, ਮਾਇਆ ਦੇ ਨਾਲ ਪਿਆਰ ਕਰਦੇ ਨੇ, ਉਹ ਫਿਰ ਆਵਣ ਜਾਵਣ ਦੇ ਵਿੱਚ ਪਏ ਰਹਿੰਦੇ ਨੇ। ਆਓ ਅਗਲਾ ਫਿਰ ਸ਼ਬਦ ਹੈ ਆਸਾ ਰਾਗ ਦੇ ਵਿੱਚ ਮਹੱਲੇ ਤੀਜੇ ਦਾ। ਰਹੋ ਪੰਕਤੀਆਂ ਨੇ। ਮੇਰੇ ਮਨ ਹਰ ਜਪ ਸਦਾ
ਧਿਆਏ। ਮਨ ਨੂੰ ਸਮਝਾਉਂਦੇ ਨੇ ਕਿ ਹੇ ਮੇਰੇ ਮਨ, ਹਰ ਜਪ ਸਦਾ ਧਿਆਏ। ਪਹਿਲਾਂ ਹਰੀ ਦਾ ਗਿਆਨ ਲੈਣਾ ਹੈ। ਕਦੋਂ? ਜਦੋਂ ਹਰੀ ਆਪ ਆਪਣੇ ਜਨਾਂ ਦੀ ਰਸਨਾ ਤੋਂ ਦਿੰਦਾ ਹੈ। ਫਿਰ ਕਰਨਾ ਕੀ ਹੈ? ਧਿਆਉਣਾ। ਗੁਰ ਦਾ ਗਿਆਨ ਲੈ ਕੇ ਧਿਆਉਣਾ ਹੈ। ਪਰ ਕਦੋਂ ਧਿਆਉਣਾ ਹੈ? ਕਦੋਂ ਧਿਆ ਸਕਦੇ ਹਾਂ? ਜਦੋਂ ਹਰੀ ਆਪ ਆਪਣੇ ਜਨਾਂ ਦੀ ਰਸਨਾ 'ਤੇ ਬੈਠ ਕੇ ਇਹ ਸਾਨੂੰ ਗਿਆਨ ਦਿੰਦਾ ਹੈ। ਸਦਾ ਆਨੰਦ ਹੋਵੇ ਦਿਨ ਰਾਤੀ। ਫਿਰ ਧਿਆਉਣ ਦੇ ਨਾਲ ਕੀ ਹੋਏਗਾ? ਸਦਾ ਦਿਨ ਰਾਤ ਆਨੰਦ ਹੋਏਗਾ, ਪ੍ਰਾਪਤ ਹੋਏਗਾ। ਜੋ ਇੱਛਾ ਸੋਈ ਫਲ ਪਾਏ। ਜੋ ਮਨ ਇੱਛੇਗਾ ਉਹ ਫਲ ਮਿਲੇਗਾ। ਇੱਥੇ ਮਨ ਦੀ ਇੱਛਾ ਕੋਈ ਸੰਸਾਰੀ ਵਸਤਾਂ ਨਹੀਂ ਹਨ, ਕਿਉਂਕਿ ਮਨ ਦੇ ਵਾਸਤੇ ਨਹੀਂ ਹਨ। ਆਮ ਜ਼ਿਆਦਾਤਰ ਲੋਕ ਸੰਸਾਰੀ ਵਸਤਾਂ ਦੇ ਵਾਸਤੇ ਹੀ ਭਗਤੀ ਕਰਦੇ ਨੇ, ਸੰਸਾਰੀ ਵਸਤਾਂ ਦੇ ਵਾਸਤੇ ਹੀ ਬਾਣੀ ਪੜ੍ਹਦੇ ਨੇ। ਪਰ ਇਹ ਮਨ ਦੇ ਕੰਮ ਨਹੀਂ ਆਉਣ ਵਾਲੀਆਂ, ਕਿਉਂਕਿ ਮਨ ਦੇ ਕੰਮ ਕੀ ਹੈ? ਨਾਮ। ਜਦੋਂ ਮਨ ਜਾਗ ਪੈਂਦਾ ਹੈ, ਫਿਰ ਮਨ ਪ੍ਰਭੂ ਤੋਂ ਕੀ ਮੰਗਦਾ ਹੈ? ਪ੍ਰਭੂ ਦਾ ਨਾਮ ਹੀ ਮੰਗਦਾ ਹੈ। ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਕਿਉਂਕਿ ਜਦ ਤੱਕ ਮਨ ਤ੍ਰਿਪਤ ਨਹੀਂ ਹੁੰਦਾ, ਸੰਤੋਖ ਨਹੀਂ ਆਉਂਦਾ, ਮਨ ਤ੍ਰਿਪਤ ਨਹੀਂ ਹੁੰਦਾ। ਸੰਤੋਖ ਕਿੱਥੇ ਹੈ? ਸਾਡੇ ਘਰ ਦੇ ਵਿੱਚ ਹੈ, ਚੌਥੇ ਪਦ ਵਿੱਚ ਹੈ, ਜਿੱਥੇ ਮੁਦਾਵਨੀ ਹੈ, ਨਾਮ ਉੱਥੇ ਹੈ। ਇਸ ਕਰਕੇ ਉਹੀ ਵਸਤ ਜੀਵ ਮੰਗਦਾ ਹੈ, ਜਿਹਦੇ ਨਾਲ ਮਨ ਫਿਰ ਤ੍ਰਿਪਤ ਹੋ ਜਾਂਦਾ ਹੈ। शब्द शुरू करते हैं। भगत रत्ता जन सहज सुभाए। भगत है, भगती दे विच रत्ता है जीव। जन उस प्रभु दा किहड़ा? जिहड़ा उसनूं पा जांदा है। सहज सुभाए। सहज प्रभु नूं कहा है, चौथे पद नूं, मालिक निरंकार नूं। जदों उसनूं पा जांदा है, वो जन फिर उस दे विच रत्ता जांदा है, वही उसदा भगत है। गुर कै पै साचै साथ समाए। उसदे वास्ते पहला गुर दा पै मन विच वसाउंदा है, गुर दे हुक्म विच चलदा है, फिर जाके सच दे विच समाउंदा है, फिर रत्ता जांदा है। बिन गुर पूरे भगत ना होए। जब तक पूरा गुर नहीं मिलता, भगती शुरू नहीं होंदी। मनमुख रुन्ने अपनी पतक होए। जिहड़े मनमुख ने रोंदे ने, अपनी पतक हो के जाते हैं, क्योंकि पूरे गुर तो बिना भगती नहीं है। तो जिहड़ा प्रभु नूं पा जांदा है, जिहड़ा पूरा गुर लैके कमाउंदा है, गुर दी सेवा करदा, प्रभु नूं पा जांदा है, प्रभु उसनूं अपने विच रत लैंदा है, वो प्रभु दा भगत है। गुर पूरे ते पूरा पाए। गुर पूरा होवे, उस द्वारा फिर आप पूरे नूं पा सकते हैं। पूरा कौन है? प्रभु। पर उसका दिता वचन भी पूरा है, जदों आप देंदा है। इस करके इत्थे कहा है, मेरे मन हर जप सदा ध्याए। जदों आप प्रभु अपना गुर देंदा है, पूरे का किया सब किछ पूरा, काट बाद किछ नाही। नानक गुरमुख समझाउंदे ने कि जिहड़ा पूरे दा कीता है, नानक गुरमुख ऐसा जाने पूरे माहे समाही। भी पूरे दा कीता फिर पूरा है, पर गुरमुख जिहड़े उहदे समा जांदे ने, ओही फिर वो पूरा गुर देंदे ने, क्योंकि प्रभु उन्हां द्वारा गुर देंदा है। गुरमुख नादं गुरमुख वेदं, गुरमुख रहा समाई। इस करके समझाउंदे ने फिर असीं उस पूरे नूं पा सकते हाँ। हिरदै शब्द सच नाम वसाए। हिरदे दे विच सच्चा नाम बस जाता है, गुर दा शब्द मालिक बख्शिश कर देंदा है। अंतर निर्मल अमृत सरनाए। क्योंकि अमृतसर दे विच इशनान करदा है, मन नाम दे विच इशनान करदा है, नाम अमृत सरोवर है। इस करके मन हर समय फिर निर्मल रहिंदा है, क्योंकि चिक्कड़ दे विच मैल लगदी है, लिबड़ जाते हाँ। असीं छप्पड़ विच वड़ जाइए, लिबड़ के निकलांगे, साफ वड़ जाइए, लिबड़ के निकलांगे, तो सरोवर च वड़ांगे तो निर्मल होकर निकलांगे। इस करके नाम सरोवर है, त्रै गुणा का सारा कुछ
ਚਿੱਕੜ ਹੈ। ਜਿਵੇਂ ਆਪਾਂ ਪੜ੍ਹਦੇ ਹਾਂ, ਤਿਤ ਸਰੋੜਾ ਪਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲਾ ਹਮ ਦੇਖਾ ਤਾ ਹੈ ਡੂਬਿਆਲੇ। ਸਦਾ ਸੂਚੇ ਸੱਚ ਸਮਾਏ। ਐਸੇ ਜੀਵ ਜਿਹੜੇ ਫਿਰ ਅੰਮ੍ਰਿਤ ਸਰੋਵਰ ਦੇ ਵਿੱਚ ਅੰਦਰ ਨਿਰਮਲ ਨੇ, ਨਾਮ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨੇ, ਉਹ ਸਦਾ ਹੀ ਸੁੱਚੇ ਨੇ ਅਤੇ ਸੱਚ ਦੇ ਵਿੱਚ ਫਿਰ ਸਮਾ ਜਾਂਦੇ ਨੇ। ਜਿਵੇਂ ਆਪਾਂ ਦੇਖਦੇ ਹਾਂ, ਨਿਰਮਲ ਜਲ ਹੋਵੇ, ਉਸ ਦੇ ਵਿੱਚ ਆਪਾਂ ਕੋਈ ਮੈਲੀ ਬੂੰਦ ਪਾ ਦਈਏ, ਉਹ ਵੱਖਰੀ ਰਹੇਗੀ, ਸਮਾਏਗੀ ਨਹੀਂ, ਉਸ ਜਲ ਨੂੰ ਵੀ ਮੈਲਾ ਕਰ ਦੇਗੀ। ਜਦੋਂ ਆਪਾਂ ਨਿਰਮਲ ਬੂੰਦ ਜਲ ਦੇ ਵਿੱਚ ਪਾ ਦਿੰਦੇ ਹਾਂ, ਉਸੇ ਦਾ ਰੂਪ ਹੋ ਜਾਂਦੀ ਹੈ। ਇੱਦਾਂ ਅਸੀਂ ਪਹਿਲਾਂ ਗੁਰ ਦਾ ਗਿਆਨ ਲੈ ਕੇ ਮਨ ਨੂੰ ਗੁਰ ਦੇ ਸ਼ਬਦ ਦੁਆਰਾ ਧੋਂਦੇ ਹਾਂ, ਮਨ ਨਿਰਮਲ ਹੁੰਦਾ, ਫਿਰ ਨਿਰਮਲ ਜਾ ਕੇ ਮਨ ਜੋਤ ਸਾਡੀ ਫਿਰ ਪ੍ਰਭੂ 'ਚ ਸਮਾਉਂਦੀ ਹੈ, ਇੱਕਮਿਕ ਹੋ ਜਾਂਦੀ ਹੈ। ਹਰ ਪ੍ਰਭ ਵੇਖੈ ਸਦਾ ਹਜੂਰ। ਫਿਰ ਸਦਾ ਹਜੂਰ ਪ੍ਰਭੂ ਵਸ ਜਾਂਦਾ ਹੈ, ਹਰ ਸਮੇਂ ਉਸ ਨੂੰ ਹਜੂਰ ਦੇਖਦਾ ਹੈ, ਕਿਉਂਕਿ ਪ੍ਰਭੂ ਦੇਖਣ ਦੇ ਵਿੱਚ ਹੈ। ਗੁਰ ਦਾ ਗਿਆਨ ਲੈ ਕੇ, ਗਿਆਨ ਦਾ ਸੁਰਮਾ ਨੇਤਰਾਂ 'ਚ ਪਾ ਕੇ ਦੇਖਣ ਦੇ ਵਿੱਚ ਹੈ। ਦੇਖਿਆ ਜਾ ਸਕਦਾ ਹੈ, ਨਾ ਲਿਖਣ ਦੇ ਵਿੱਚ ਹੈ, ਨਾ ਬੋਲਣ ਦੇ ਵਿੱਚ ਹੈ। ਇਸ ਕਰਕੇ ਗੁਰ ਜੁਗਤੀ ਲੈ ਕੇ, ਗੁਰ ਦਾ ਗਿਆਨ ਲੈ ਕੇ ਆਪਾਂ ਦੇਖ ਸਕਦੇ ਹਾਂ, ਸਾਹਮਣੇ ਪ੍ਰਗਟ ਹੋ ਜਾਂਦਾ ਹੈ। ਹਰ ਪ੍ਰਭ ਵੇਖੈ ਸਦਾ ਹਜੂਰ। ਸਦਾ ਹਜੂਰ ਮਾਲਕ ਰਹਿੰਦਾ ਹੈ। ਗੁਰ ਪ੍ਰਸਾਦ ਰਿਹਾ ਭਰਪੂਰ। ਗੁਰ ਦਾ ਗਿਆਨ ਲੈ ਕੇ, ਗੁਰ ਨੂੰ ਕਮਾ ਕੇ, ਗੁਰ ਸ਼ਬਦ ਦੀ ਕਮਾਈ ਦੇ ਨਾਲ ਫਿਰ ਅਸੀਂ ਦੇਖ ਸਕਦੇ ਹਾਂ ਹਰ ਪਾਸੇ ਭਰਪੂਰ ਹੈ, ਜਿਸ ਨੂੰ ਆਪਾਂ ਅਕਲ ਕਲਾ ਵੀ ਕਹਿ ਦਿੰਦੇ ਹਾਂ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਵ ਸਵਾਲੇ ਹੋ, ਜਿਨ ਕੀਤੀ ਸੋ ਪਰ ਪਿਆ। ਜਹਾਂ ਜਾਓ ਤਹ ਵੇਖਾ ਸੋਏ। ਫਿਰ ਉਹ ਜੀਵ ਜਿੱਥੇ ਵੀ ਜਾਂਦਾ ਹੈ, ਉੱਥੇ ਉਸ ਨੂੰ ਦੇਖਦਾ ਹੈ। ਜਿਵੇਂ ਤੀਜੇ ਪਾਤਸ਼ਾਹ ਸਮਝਾਉਂਦੇ ਨੇ, ਨਾਨਕ ਜੈ ਜੈ ਮੈਂ ਫਿਰੂੰ, ਤਹ ਤਹ ਸਾਚਾ ਸੋਏ, ਜਹ ਦੇਖਾਂ ਤਹ ਏਕ ਹੈ, ਗੁਰਮੁਖ ਪ੍ਰਗਟ ਹੋਏ। ਜਿਨ੍ਹਾਂ ਨੂੰ ਪ੍ਰਗਟ ਹੋ ਜਾਂਦਾ ਹੈ, ਜਿੱਥੇ ਵੀ ਦੇਖਦੇ ਉੱਥੇ ਹੀ ਉਹ ਹੈ। ਇਹ ਨਹੀਂ ਵੀ ਇੱਥੇ ਹੈ ਉੱਥੇ ਨਹੀਂ, ਕੋਈ ਐਸੀ ਜਗ੍ਹਾ ਹੀ ਨਹੀਂ ਹੈ ਦੁਨੀਆ ਦੇ ਵਿੱਚ। ਜਿੱਥੇ ਮਰਜ਼ੀ ਚਲੇ ਜਾਈਏ, ਉੱਥੇ ਹੀ ਪ੍ਰਭੂ ਦਾ ਵਾਸਾ ਹੈ। ਗੁਰ ਬਿਨ ਦਾਤਾ ਅਵਰ ਨਾ ਕੋਈ। ਪਰ ਦਾਤਾ ਗੁਰ ਤੋਂ ਬਿਨਾਂ ਨਹੀਂ ਕੋਈ। ਪਹਿਲਾਂ ਸਾਨੂੰ ਗੁਰ ਦਾ ਗਿਆਨ ਹੀ ਲੈਣਾ ਪੈਂਦਾ ਹੈ। ਸੰਸਾਰ ਦੇ ਵਿੱਚ ਗੁਰ ਹੀ ਗੋਪਾਲ ਹੈ। ਨਾਨਕ ਜੁਗ ਜੁਗ ਗੁਰ ਗੋਪਾਲਾ। ਅੱਜ ਤੋਂ ਨਹੀਂ, ਯੁਗਾਂ ਤੋਂ ਗੁਰ ਹੀ ਜਿਹੜਾ ਸਾਨੂੰ ਪ੍ਰਭੂ ਦੇ ਨਾਲ ਮਿਲਾ ਸਕਦਾ। ਜਦ ਤੱਕ ਗੁਰ ਨਹੀਂ ਲੈਂਦੇ ਪੂਰੇ ਪ੍ਰਭੂ ਦਾ, ਜਦੋਂ ਆਪ ਆਪਣੇ ਜਨਾਂ ਦੀ ਰਸਨਾ ਤੋਂ ਬੈਠ ਕੇ ਦਿੰਦਾ ਹੈ, ਜਦ ਤੱਕ ਅਸੀਂ ਪੂਰਾ ਗੁਰ ਨਹੀਂ ਲੈਂਦੇ, ਸਾਨੂੰ ਉਹ ਗਿਆਨ ਨਹੀਂ ਹੋ ਸਕਦਾ। ਗੁਰ ਸਾਗਰ ਪੂਰਾ ਭੰਡਾਰ। ਗੁਰ ਸਾਗਰ ਹੈ, ਪੂਰਾ ਭੰਡਾਰ ਹੈ ਮਾਲਿਕ ਦੇ ਕੋਲ। ਉਸ ਦੀ ਹੱਟ ਦੇ ਵਿੱਚ ਕੋਈ ਘਾਟਾ ਨਹੀਂ ਹੈ। ਉਸ ਦੇ ਚਾਕਰ ਨੇ ਜਿਹੜੇ, ਉਹ ਸਾਨੂੰ ਆਪਣੇ ਚਾਕਰਾਂ ਦੁਆਰਾ ਦਿੰਦਾ ਹੈ ਗੁਰ, ਲੇਕਿਨ ਭੰਡਾਰ ਭਰਿਆ ਪਿਆ ਹੈ, ਕਦੇ ਤੋਟ ਨਹੀਂ ਆਉਂਦੀ। ਪਰ ਜਿੱਥੇ ਆਪ ਮਾਲਕ ਵਸਦਾ ਹੈ, ਜਿਸ ਨੂੰ ਆਪ ਪੜ੍ਹਦੇ ਹਾਂ, ਤਿਚਰ ਮੂਲ ਨਾ ਥੁੜੀ ਦੋ, ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾਲ। ਜਿੰਨਾ ਮਰਜ਼ੀ ਖਾਈ ਖਰਚੀ ਜਾਓ, ਤੋਟ ਨਹੀਂ ਆਉਂਦੀ। ਖਾਵੇ ਖਰਚਾ ਰਲ ਮਿਲ ਪਾਈ, ਤੋਟ ਨਾ ਆਵੇ ਵੱਧ ਹੋ ਜਾਈ। ਕਹ ਨਾਨਕ ਜਿਸ ਮਸਤਕ ਭਾਗ ਲਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਇਸ ਖਜ਼ਾਨੇ ਦੇ ਵਿੱਚ ਉਹਨਾਂ ਨੂੰ ਰਲਾ ਲੈਂਦੇ ਨੇ, ਅਤੇ ਫਿਰ ਜਿੰਨਾ ਮਰਜ਼ੀ ਖਾਈ ਜਾਓ, ਖਰਚੀ ਜਾਓ, ਤੋਟ ਨਹੀਂ ਆਉਂਦੀ। ਉੱਤਮ ਰਤਨ ਜਵਾਹਰ ਅਪਾਰ। ਉੱਤਮ ਨੇ, ਰਤਨ ਨੇ, ਜਵਾਹਰ ਨੇ ਉਸ ਪ੍ਰਭੂ ਦੇ। ਅਪਾਰ ਖਜ਼ਾਨਾ ਹੈ ਮਾਲਿਕ ਦਾ। ਗੁਰ ਪ੍ਰਸਾਦੀ ਦੇਵਨਹਾਰ। ਪਰ ਦਿੰਦਾ ਹੈ ਗੁਰ ਦੇ ਗਿਆਨ ਦੁਆਰਾ। ਪਹਿਲਾਂ ਸਾਨੂੰ ਗੁਰ ਦਿੰਦਾ ਹੈ। ਗੁਰ ਨੂੰ ਜਦੋਂ ਅਸੀਂ ਸੇਵਦੇ ਹਾਂ, ਕਮਾਉਂਦੇ ਹਾਂ, ਫਿਰ ਸਾਨੂੰ ਇਹ ਖਜ਼ਾਨਾ ਬਖਸ਼ਿਸ਼ ਕਰਦਾ ਹੈ।
ਨਾਨਕ ਬਖਸ਼ੇ ਬਖਸ਼ਣਹਾਰ। ਬਖਸ਼ਦਾ ਕੌਣ ਹੈ? ਖਜ਼ਾਨਾ ਆਪ ਪ੍ਰਭੂ। ਕਿ ਕੋਈ ਬਖਸ਼ਣ ਦੇ ਹਾਰ ਹੈ, ਉਸ ਦੇ ਕੋਲ ਹੈ, ਉਹੀ ਮਾਲਕ ਹੈ, ਜਿਸ ਨੂੰ ਚਾਹੇ ਦੇ ਸਕਦਾ ਹੈ, ਦੂਜਾ ਨਹੀਂ ਦੇ ਸਕਦਾ। ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਪ੍ਰੀਤਮ ਹੱਥ ਵਡਿਆਈਆਂ ਜੈ ਭਾਵੈ ਤਦੇ ਅਵਰ ਨਾ ਕੋਈ ਆਖਿਆ। ਪ੍ਰੀਤਮ ਹੱਥ ਵਡਿਆਈਆਂ ਜੈ ਭਾਵੈ ਤਦੇ ਆਪ ਕਰੇ ਕਿਸ ਆਖੀਐ ਅਵਰ ਨਾ ਕੋਏ ਕਰੇ। ਵੀ ਆਪ ਕਰਦਾ, ਹੋਰ ਕਰਕੇ ਦੂਜਾ ਨਹੀਂ ਕਰ ਸਕਦਾ, ਹੋਰ ਕਿਸੇ ਨੂੰ ਕਿਉਂ ਆਖੀਏ? ਦੇਣ ਵਾਲਾ ਕੌਣ ਹੈ? ਆਪ ਪ੍ਰਭੂ। ਸੋ ਆਓ ਹੁਣ ਆਪਾਂ ਨਾਲ ਕਿਵੇਂ ਜਾਣਾ ਹੈ ਸ਼ਰਨ ਦੇ ਵਿੱਚ? ਕੀ ਜੁਗਤੀ ਹੈ? ਗੁਰ ਹੈ। ਗੁਰ ਲੈ ਕੇ ਆਪਾਂ ਪੂਰੇ ਸਤਿਗੁਰ ਦੀ ਸ਼ਰਨ ਦੇ ਵਿੱਚ ਜਾਣਾ ਹੈ, ਅਤੇ ਦੇਣਾ ਉਸਨੇ ਹੈ, ਕਿਉਂਕਿ ਦੇਵਣ ਵਾਲਾ ਉਹ ਆਪ ਹੀ ਹੈ। ਸਿਰਫ ਆਪਾਂ ਇੱਥੇ ਇੱਕ ਸਮਝਦੇ ਹਾਂ, ਗਿਆਨ ਲੈਂਦੇ ਹਾਂ ਕਿ ਕਿਵੇਂ ਜਾਣਾ ਪ੍ਰਭੂ ਦੀ ਸ਼ਰਨ ਦੇ ਵਿੱਚ, ਕਿਵੇਂ ਆਪਾਂ ਜਾਈਏ ਕਿ ਪ੍ਰਭੂ ਨੂੰ ਪਾ ਜਾਈਏ, ਕਿਵੇਂ ਨਿਭ ਕੇ ਜਾਣਾ ਹੈ। ਮਨ ਸਾਡਾ ਨੇਤਰਾਂ 'ਚ ਹੈ, ਜਾਣਾ ਕਿਸ ਨੇ ਹੈ? ਮਨ ਨੇ। ਧਿਆਨ ਜਾਣਾ ਹੈ, ਤਨ ਕਰਕੇ ਅਸੀਂ ਵਿੱਚੇ ਹਾਂ, ਲੇਕਿਨ ਪੜਦਾ ਹੈ। ਇਸ ਕਰਕੇ ਧਿਆਨ ਦੁਆਰਾ ਆਪਾਂ ਉਸ ਨੂੰ ਦੇਖਣਾ ਹੈ। ਮਨ ਨੇਤਰਾਂ 'ਚ ਹੈ, ਨੇਤਰ ਦੋ ਨੇ, ਇਸ ਕਰਕੇ ਦੋ ਜੋਤਾਂ ਹੋ ਜਾਂਦੀਆਂ ਨੇ, ਹੋ ਗਈਆਂ ਨੇ। ਜਿਹੜੇ ਮਨਮੁਖ ਨੇ, ਜਿਨ੍ਹਾਂ ਨੇ ਗਿਆਨ ਲਿਆ, ਉਹ ਇੱਕ ਦ੍ਰਿਸ਼ਟ ਨੇ, ਉਹ ਦੇਖਦੇ ਨੇ ਉਸ ਨੂੰ। ਸੋ ਜਿਹਨੇ ਨਵਾਂ ਕੋਈ ਜੀਵ ਹੈ, ਸਮਝਣਾ ਹੈ ਕਿ ਦੋ ਨੇਤਰ ਨੇ, ਦੋਨਾਂ ਨੇਤਰਾਂ 'ਚ ਜੋਤ ਹੈ। ਇੱਥੋਂ ਪ੍ਰਭੂ ਦਾ ਦਰ ਸ਼ੁਰੂ ਹੁੰਦਾ ਹੈ। ਇੱਥੇ ਤੱਕ ਸਾਡੇ ਸਰੀਰ ਦਾ ਜਿਹੜਾ ਪੌਣ, ਇਹ ਮਾਇਆ ਦਾ ਸਰੀਰ ਹੈ, ਇੱਥੇ ਤੱਕ ਇਸ ਦੀ ਹੱਦ ਖਤਮ ਹੋ ਜਾਂਦੀ ਹੈ। ਜਿੱਥੋਂ ਪੌਣ ਆ ਰਹੀ ਹੈ, ਇੱਥੋਂ ਜੋਤ ਵੀ ਆ ਰਹੀ ਹੈ। ਇਸ ਕਰਕੇ ਇਹ ਦਰ ਹੈ, ਇਹ ਦਰ। ਹੁਣ ਮਨ ਇੱਧਰ ਨੂੰ ਚੱਲਦਾ, ਇੱਥੋਂ ਮੋੜ ਕੇ ਇੱਧਰ ਨੂੰ ਚੱਲਣਾ ਹੈ, ਪਰ ਇੱਕ ਦ੍ਰਿਸ਼ਟ ਹੋਣਾ ਹੈ, ਇੱਕ ਦ੍ਰਿਸ਼ਟ ਹੋ ਕੇ ਤੇ ਆਉਣਾ ਹੈ। ਹੁਣ ਆਪਣੇ ਨੇਤਰਾਂ ਨੂੰ, ਆਪਣੀ ਦ੍ਰਿਸ਼ਟੀ ਨੂੰ ਇੱਥੇ ਫੋਕਸ ਕਰਕੇ ਆਪਣੇ ਆਪ ਨੂੰ ਇਹ ਦੇਖਣਾ ਹੈ ਕਿ ਨੱਕ ਦਿਸਦਾ ਜਾਂ ਨਹੀਂ। ਜੇਕਰ ਨੱਕ ਦਿਸਦਾ ਹੈ, ਫਿਰ ਅਸੀਂ ਦੋ ਦ੍ਰਿਸ਼ਟ ਹਾਂ। ਜੇ ਨਜ਼ਰ ਨਹੀਂ ਆਉਂਦਾ ਨੱਕ, ਫਿਰ ਇੱਕ ਦ੍ਰਿਸ਼ਟ ਹਾਂ। ਜੇ ਨਜ਼ਰ ਆਉਂਦਾ, ਫਿਰ ਇਹ ਦੇਖਣਾ ਕਿ ਕਿਸ ਪਾਸੇ ਤੋਂ ਨਜ਼ਰ ਆਉਂਦਾ ਹੈ, ਸੱਜੇ ਪਾਸੇ, ਖੱਬੇ ਜਾਂ ਦੋਨੋਂ ਪਾਸੇ ਵਿਚਾਲੇ। ਇਹਨਾਂ ਆਪਣੇ ਆਪ ਨੂੰ ਦੇਖ ਲੈਣਾ ਹੈ ਕਿ ਨੱਕ ਨਜ਼ਰ ਆਉਂਦਾ ਜਾਂ ਨਹੀਂ, ਜੇ ਆਉਂਦਾ ਕਿਸ ਪਾਸੇ ਤੋਂ ਆਉਂਦਾ ਹੈ। ਉਸ ਤੋਂ ਬਾਅਦ ਆਪ ਜੀ ਨੂੰ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ। ਪਹਿਲਾਂ ਇਸ ਪੁਆਇੰਟ 'ਤੇ ਦੇਖਣਾ ਆਪਣੇ ਆਪ ਨੂੰ, ਫਿਰ ਆਪ ਜੀ ਨੂੰ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ। ਫਿਰ ਸਾਹਮਣੇ ਦੇਖਣਾ ਹੈ, ਫਿਰ ਆਵਾਜ਼ ਦੇਵਾਂਗੇ ਕਿ ਮਸਤਕ ਦੇ ਸਾਹਮਣੇ ਦੇਖੋ। ਫਿਰ ਪਲਕਾਂ ਉੱਤੇ ਚੁੱਕਦੇ, ਫਿਰ ਵਾਪਸ ਜਦੋਂ ਕਵਾਂਗਾ ਸਾਹਮਣੇ, ਫਿਰ ਸਾਹਮਣੇ, ਫਿਰ ਜਦੋਂ ਕਵਾਂਗਾ ਸਮ ਕਰਕੇ ਦੇਖੋ। ਫਿਰ ਇਸ ਪੁਆਇੰਟ 'ਤੇ ਆ ਕੇ ਦੇਖਣਾ ਹੈ। ਜੇਕਰ ਕੋਈ ਨਵਾਂ ਜੀਵ, ਉਸਨੇ ਫਿਰ ਦੇਖਣਾ ਹੈ, ਕਿਉਂਕਿ ਇੱਥੇ ਆਪਾਂ ਪੂਰੇ ਵਿਸ਼ਵਾਸ ਦੇ ਨਾਲ ਇਹ ਧਿਆਨ ਲਗਾਉਣਾ ਹੈ। ਫਿਰ ਵਾਪਸ ਆ ਕੇ ਦੇਖਣਾ ਹੈ, ਜੇ ਸਾਨੂੰ ਨੱਕ ਜੇ ਪਹਿਲਾਂ ਦਿਸਦਾ, ਫਿਰ ਦਿਸਣੋਂ ਹਟ ਗਿਆ, ਅਸੀਂ ਇੱਕ ਦ੍ਰਿਸ਼ਟ ਹੋ ਗਏ। ਜੋ ਕੋਈ ਨਵਾਂ ਜੀਵ ਹੈ, ਉਸਨੇ ਸਮਝਣਾ ਹੈ, ਪਹਿਲਾਂ ਇੱਥੇ ਦੇਖਾਂਗੇ ਕਿ ਨੱਕ ਦਿਸਦਾ ਜਾਂ ਨਹੀਂ, ਕਿਉਂਕਿ ਜੇ ਇੱਕ ਦ੍ਰਿਸ਼ਟ ਹੋਵਾਂਗੇ ਨੱਕ ਨਹੀਂ ਦਿਸੇਗਾ। ਜੇ ਦੋ ਦ੍ਰਿਸ਼ਟੀ 'ਚ ਹੋਵਾਂਗੇ ਨੱਕ ਨਜ਼ਰ ਆਏਗਾ। ਕਿਸ ਪਾਸਿਓਂ ਸੱਜੇ ਆਉਂਦਾ, ਖੱਬੇ ਆਉਂਦਾ ਜਾਂ ਦੋਨੋਂ ਪਾਸੇ ਤੋਂ ਆਉਂਦਾ ਹੈ। ਉਸ ਤੋਂ ਬਾਅਦ ਧਿਆਨ ਲਗਾਵਾਂਗੇ ਸਾਹਮਣੇ, ਮਸਤਕ ਦੇ ਸਾਹਮਣੇ, ਫਿਰ ਸਾਹਮਣੇ ਵਾਪਸ, ਫਿਰ ਇੱਥੇ, ਪਰ ਪੂਰੇ ਵਿਸ਼ਵਾਸ ਦੇ ਨਾਲ ਕਰਨਾ ਹੈ। ਫਿਰ ਵਾਪਸ ਆ ਕੇ ਦੇਖਾਂਗੇ, ਜੇ ਨੱਕ ਦਿਸਣੋਂ ਹਟ ਗਿਆ, ਇੱਕ ਦ੍ਰਿਸ਼ਟ ਹੋ ਗਈ, ਕਿਉਂਕਿ ਸਾਡਾ ਧਿਆਨ ਜਦੋਂ ਉਸ ਨਾਲ ਛੂ ਗਿਆ ਅਤੇ ਅਸੀਂ ਇੱਕ ਦ੍ਰਿਸ਼ਟ ਹੋ ਜਾਵਾਂਗੇ। ਫਿਰ ਆਪਾਂ ਅੱਗੇ ਧਿਆਵਾਂਗੇ ਕਿਵੇਂ, ਜੋ ਨੀਚੇ ਦਾ ਅਭਿਆਸ ਹੈ। ਆਓ ਨੇਤਰ ਸਮ ਕਰਕੇ, ਆਪਣੀ ਦ੍ਰਿਸ਼ਟੀ ਇੱਥੇ ਫੋਕਸ ਕਰਕੇ ਆਪਣੇ ਆਪ ਨੂੰ ਥੋੜ੍ਹਾ ਪਰਖੋ, ਪਹਿਚਾਣੋ ਕਿ ਸਾਡਾ ਧਿਆਨ ਕਿਵੇਂ ਹੈ। ਅਸੀਂ ਇੱਕ ਦ੍ਰਿਸ਼ਟ ਹਾਂ ਜਾਂ ਦੋ ਦ੍ਰਿਸ਼ਟ, ਕਿਸ ਪਾਸੇ ਹੈ।
ਸਾਹਮਣੇ ਲੈ ਕੇ ਆਓ ਧਿਆਨ। ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦਿਓ। फिर वापस सामने। फिर नक ते सम करके देखो। हूँ देखना जेकर कोई नवा जीव के नक तिसनों हट गया। इस पासे सानू एक हल्का हल्का परछाई जी दे सकती है, सिर्फ खब्बे पासे। उसे ने फिर प्रकाश होना है। डोलना नहीं हुंदा, इत्थे आपां दृढ़ करके चलना है। नीचे लै जाओ ध्यान। नीचे आपां जिथे बैठे हाँ, थल्ले जो भी विछया है, कपड़ा विछया है, या फर्श ते बैठे हाँ, चादर है, उस तो थोड़ा ऊपर देखना है। कोशिश करनी है देखने की। उत्थे सानू प्रकाश अनुभव होना शुरू हो जाएगा। जिवें जल दीयां लहरां हुंदियां सरोवर च, इदां सानू प्रकाश की एक हलचल अनुभव होएगी। अपन देखी जाना हुंदा है, पूरे विश्वास नाल करना है। सम करके फिर देखिए अपने आप नू। फिर नीचे ले जाओ ध्यान।
ਸਮ ਕਰਕੇ ਫਿਰ ਦੇਖੀ ਆਪਣੇ ਆਪ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ 'ਤੇ ਆਪਾਂ ਧਿਆਉਣਾ ਹੈ, ਇਸ ਮਾਰਗ 'ਤੇ ਚੱਲਣਾ ਹੈ। ਪਰ ਉਹ ਜੀਵ ਚੱਲਦਾ ਹੈ ਜਦੋਂ ਜੀਵ ਨੂੰ ਇੰਨਾ ਪਤਾ ਹੈ ਕਿ ਮੈਨੂੰ ਗਿਆਨ ਨਹੀਂ ਹੈ। ਫਿਰ ਉਹ ਪੁੱਛ ਕੇ ਗੁਰ ਦੀ ਚਾਲ ਚੱਲਦੇ ਨੇ। ਜਿਵੇਂ ਆਪਾਂ ਪੜ੍ਹਦੇ ਹਾਂ ਪੰਚਮ ਪਾਤਸ਼ਾਹ ਜੀ ਦਾ ਸ਼ਬਦ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਹਮ ਸੁਖਦਾਤਾ, ਹਮ ਲਾਵੈ ਆਪਨ ਪਾਲੀ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਸੋ ਇਸ ਕਰਕੇ ਨਿਰਾਲੀ ਹੈ, ਨਿਰਾਲਾ ਗਿਆਨ ਹੈ, ਇੱਕ ਧਿਆਨ ਮਾਰਗ ਹੀ ਹੈ। ਪਰ ਇੱਕ ਵਾਰੀ ਗੁਰ ਦਾ ਗਿਆਨ ਲੈ ਕੇ ਚੱਲਣਾ ਹੈ ਅਤੇ ਫਿਰ ਆਪਾਂ ਉਸ ਪ੍ਰਭੂ ਨੂੰ ਪਾ ਜਾਂਦੇ ਹਾਂ। ਫਿਰ ਜਿੱਧਰ ਦੇਖਾਂਗੇ ਆਪ ਹੀ ਮਾਲਿਕ ਹੈ, ਸਦਾ ਸਾਡੇ ਸਾਹਮਣੇ ਪ੍ਰਗਟ ਰਹਿੰਦਾ ਹੈ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।